मैं तुहाडा वीर डॉक्टर हरीश मल्होत्रा अज 22 फरवरी 2022 ਨੂੰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਅੱਜ ਫਿਰ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਕਿਤਾਬ ਸਫਲਤਾ ਦੇ ਭੇਦ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਉਸ ਲੇਖ ਵਿੱਚ ਉਠਾਏ ਹੁੰਦੇ ਆ, ਜਾਣੀ ਕਿ ਜਾਂ ਕੁਛ ਨੁਕਤੇ ਜਿਨ੍ਹਾਂ ਬਾਰੇ ਮੈਂ ਸ਼ਾਇਦ ਗੱਲ ਨਾ ਕੀਤੀ ਹੋਵੇ, ਤਾਂ ਕਿ ਅਸੀਂ ਕਿਸੇ ਸੱਚਾਈ 'ਤੇ ਕਿਸੇ ਨਤੀਜੇ 'ਤੇ ਪਹੁੰਚ ਸਕੀਏ। ਪਿਛਲੇ ਹਫ਼ਤੇ ਧਾਰਮਿਕ ਪ੍ਰੋਗਰਾਮਾਂ ਦੇ ਕਾਰਨ ਮੈਂ ਆਪਣਾ ਪ੍ਰੋਗਰਾਮ ਮੰਗਲਵਾਰ ਨੂੰ ਨਹੀਂ ਦੇ ਸਕਿਆ। ਮੈਂ ਤੁਹਾਡੇ ਤੋਂ ਖਿਮਾ ਮੰਗਦਾ, ਕਿਉਂਕਿ ਮੈਨੂੰ ਵੀ ਬੜਾ ਜਿਹੜਾ ਸੀਗਾ ਇਹਨਾਂ ਨੇ ਲਾਸਟ ਮਿੰਟ 'ਤੇ ਦੱਸਿਆ, ਅਤੇ ਇਸ ਕਰਕੇ ਇਟ ਵਾਜ਼ ਵੈਰੀ ਡਿਫੀਕਲਟ ਤੋਂ ਤੁਹਾਨੂੰ ਇਨਫੋਰਮ ਕਰਨਾ। ਮੈਂ ਤੁਹਾਡੇ ਤੋਂ ਆਪਣੇ ਫਿਰ ਉਹਦੇ ਲਈ ਮਾਫੀ ਮੰਗਦਾ। ਜਿਹੜੇ ਇਹ ਪ੍ਰੋਗਰਾਮ ਹੁੰਦੇ, ਤੁਹਾਨੂੰ ਪਤਾ ਹੈ ਕਿ ਮੈਂ ਇਹੋ ਜਿਹਾ ਮਸਲਿਆਂ ਬਾਰੇ ਗੱਲ ਕਰਦਾ ਇਹਨਾਂ ਪ੍ਰੋਗਰਾਮਾਂ ਵਿੱਚ ਜਿਹੜੇ ਕਿ ਤੁਹਾਡੇ ਮਸਲੇ ਹੁੰਦੇ ਹੈ, ਮੇਰੇ ਮਸਲੇ ਹੁੰਦੇ ਹੈ, ਆਪਣੇ ਸਮਾਜ ਨਾਲ ਜਿਹਨਾਂ ਦਾ ਸਰੋਕਾਰ ਹੁੰਦਾ ਹੈ। ਅਤੇ ਜਦੋਂ ਅਸੀਂ ਇਹਨਾਂ ਮਸਲਿਆਂ ਬਾਰੇ ਗੱਲ ਕਰਦੇ ਹਾਂ, ਤੁਹਾਡੇ ਟੈਲੀਫੋਨ ਕਾਲਸ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਬੜਾ ਫਾਇਦਾ ਹੁੰਦਾ ਹੈ। ਤੁਹਾਡੀ ਟੈਲੀਫੋਨ ਕਾਲਸ ਦੀ ਜਿਹੜੀ ਇਸੇ ਕਰਕੇ ਬਹੁਤ ਜ਼ਿਆਦਾ ਅਹਿਮੀਅਤ ਹੈ, ਤੁਹਾਡੀ ਫੀਡਬੈਕ ਦੀ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਆ, ਕਿਉਂਕਿ ਮੈਂ ਉਸ ਫੀਡਬੈਕ ਨੂੰ ਬਹੁਤ ਸੀਰੀਅਸਲੀ ਲੈਣਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਪ੍ਰੋਗਰਾਮਾਂ ਬਾਰੇ ਨੈਗੇਟਿਵ ਪੋਜ਼ੀਟਿਵ ਜੋ ਵੀ ਤੁਹਾਡੇ ਵਿਚਾਰ ਹੁੰਦੇ ਹੈ ਉਹ ਜ਼ਰੂਰ ਸਾਡੇ ਤੱਕ ਪਹੁੰਚਾਓ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਇੰਪੋਰਟੈਂਟ ਅਤੇ ਜ਼ਿਆਦਾ ਵਧੀਆ ਬਣਾਇਆ ਜਾ ਸਕੇ। ਤੁਸੀਂ ਟੈਲੀਫੋਨ ਕਾਲ ਜਿਹੜੀਆਂ ਹੁਣ ਤੋਂ ਹੀ ਕਰ ਸਕਦੇ ਹੈਗੇ ਆ। ਸਾਡਾ ਨੰਬਰ ਜਿਹੜਾ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਆ, ਅਤੇ ਫਿਰ ਤੁਹਾਨੂੰ ਜਿਹੜਾ ਉਹ 0044 300 770 2246 ਨੰਬਰ ਘੁਮਾਉਣਾ ਪਊਗਾ। ਮੈਂ ਇਹ ਲੇਖ ਜਿਹੜਾ ਹੈਗਾ ਸ਼ੁਰੂ ਕਰਦਾ, ਅਤੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਕਰਕੇ ਜਿਹੜੀਆਂ ਆਪਣੀ ਲਾਈਨਸ ਹੈਗੀਆਂ ਉਹਨੂੰ ਜਿਹੜਾ ਰਿਜ਼ਰਵ ਕਰ ਲਓ। ਨਹੀਂ ਤਾਂ ਕਈ ਵਾਰੀ ਇਹ ਹੁੰਦਾ ਹੈਗਾ ਕਿ ਲਾਈਨ ਮਿਲਦੀ ਨਹੀਂ ਹੈ, ਅਤੇ ਤੁਹਾਡੇ ਜਿਹੜੇ ਵਿਚਾਰ ਹੈਗੇ ਜਿਹੜੇ ਕਿ ਬੜੇ ਕੀਮਤੀ ਹੁੰਦੇ ਆ ਮੇਰੇ ਲਈ ਵੀ, ਅਤੇ ਸਾਰਿਆਂ ਲਈ, ਉਹ ਵਾਂਝੇ ਰਹਿ ਜਾਂਦੇ ਤੁਸੀਂ। ਅਤੇ ਇਸ ਕਰਕੇ ਮੈਂ ਚਾਹੁੰਦਾ ਲਈ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿਓ, ਅਤੇ ਆਪਣਾ ਜਿਹੜਾ ਟੈਲੀਫੋਨ ਹੈਗਾ ਉਹਨੂੰ ਲਾਈਨ ਅਪ ਕਰ ਲਓ। ਅਤੇ ਇਹ ਲੇਖ ਜਿਹੜਾ ਹੈਗਾ ਛੋਟਾ ਜਿਹਾ ਲੇਖ ਹੈਗਾ, ਅਤੇ ਇਹ ਲੇਖ ਜਿਹੜਾ ਇਹਦਾ ਨਾਮ ਹੈ ਰੱਖਿਆ ਹੈਗਾ ਹੱਸਦਿਆਂ ਦੇ ਘਰ ਵਸਦੇ। ਵੀ ਹੱਸਣਾ ਜਿਹੜਾ ਹੈਗਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਇੰਪੋਰਟੈਂਟ ਹੈਗਾ, ਅਤੇ ਉਹਦੇ ਨਾਲ ਸਾਡੀ ਫਿਜ਼ੀਕਲ ਬੋਡੀ 'ਤੇ ਅਤੇ ਸਾਡੀ ਯਾਨੀ ਕਿ ਮੈਂਟਲ ਹੈਲਥ 'ਤੇ ਉਹਦਾ ਯਾਨੀ ਕਿ ਕਿੰਨਾ ਅਸਰ ਪੈਂਦਾ, ਅਤੇ ਸਾਡਾ ਵਾਤਾਵਰਨ 'ਤੇ ਕਿੰਨਾ ਅਸਰ ਪੈਂਦਾ, ਸਾਡੇ ਸਮਾਜ 'ਤੇ ਕਿੰਨਾ ਉਹਦਾ ਅਸਰ ਪੈਂਦਾ, ਅਤੇ ਕੀ ਇਹਦਾ ਅਸਰ ਸਾਡੀਆਂ ਕੁਛ ਬਿਮਾਰੀਆਂ 'ਤੇ ਵੀ ਪੈਂਦਾ ਹੈ ਜਾਂ ਸਾਡੀਆਂ ਬਿਮਾਰੀਆਂ ਨੂੰ ਹਟਾ ਵੀ ਸਕਦਾ। ਜਿਹੜਾ ਸੁਜੈਸਟ ਕਿ ਜਿਹੜਾ ਹੈਗਾ ਹੈ ਵੀ ਲੁੱਕ ਐਟ ਦੈਟ। ਅਤੇ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਇੱਕ ਵਾਰੀ ਦੁਬਾਰਾ ਮੈਂ ਫਿਰ ਬੇਨਤੀ ਕਰਦਾ, ਮੈਂ ਵੇਟ ਕਰ ਰਿਹਾ ਹੈਗਾ। ਹੱਸਦਿਆਂ ਦੇ ਘਰ ਵਸਦੇ, ਪੰਜਾਬੀ ਦੀ ਕਹਾਵਤ ਹੈ ਹੱਸਦਿਆਂ ਦੇ ਘਰ ਵਸਦੇ, ਅਤੇ ਇਹ ਗੱਲ ਹੈ ਵੀ 100% ਸੱਚ। ਜ਼ਿੰਦਾ ਦਿਲ ਇਨਸਾਨ ਜਾਣਦੇ ਹਨ ਕਿ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ। ਮੁਰਦਾ ਦਿਲ ਕਿਆ ਖਾਕ ਜੀਏਂਗੇ। ਸਾਨੂੰ ਇਸ ਤਰ੍ਹਾਂ ਜ਼ਿੰਦਗੀ ਜੀਣੀ ਚਾਹੀਦੀ ਹੈ ਜਿਵੇਂ ਹਰ ਪਲ ਸਾਡੀ ਜ਼ਿੰਦਗੀ ਦਾ ਆਖਰੀ ਪਲ ਹੋਵੇ। ਇਹ ਕੰਮ ਹੈ ਤਾਂ ਔਖਾ, ਪਰ ਔਖੇ ਕੰਮ ਵੀ ਤਾਂ ਇਨਸਾਨ ਹੀ ਕਰਦੇ ਹਨ। ਸਤੰਬਰ 2006 ਦੇ ਰੀਡਰਜ਼ ਡਾਈਜੈਸਟ ਵਿੱਚ ਹੱਸਣ ਬਾਰੇ ਇੱਕ ਲੇਖ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਮਨੋਵਿਗਿਆਨਕ ਰੋਬਰਟ ਹੋਲਡਨ ਨੇ ਸਰੀ ਵਿੱਚ ਹੈਲਥ ਸਰਵਿਸ ਦੀ ਮਦਦ ਨਾਲ ਹੈਪੀਨੈਸ ਪ੍ਰੋਜੈਕਟ ਸ਼ੁਰੂ ਕੀਤਾ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ, ਅਤੇ ਹੁਣ ਤੱਕ 30,000 ਡਾਕਟਰ, ਨਰਸਾਂ, ਮਨੋਵਿਗਿਆਨਕ ਅਤੇ ਥੈਰੇਪਿਸਟ ਨੇ ਇਸ ਵਿੱਚ ਹਿੱਸਾ ਲਿਆ ਸੀ। ਇਸ ਪ੍ਰੋਜੈਕਟ ਦੇ ਮੋਹਰੀਆਂ ਦਾ ਮੰਨਣਾ ਹੈ ਕਿ ਹੱਸਣ ਨਾਲ ਤੁਹਾਡੀ ਉਮਰ ਲੰਬੀ ਹੁੰਦੀ ਹੈ, ਦਿਮਾਗੀ ਸਿਹਤ ਨਰੋਈ ਹੁੰਦੀ ਹੈ, ਅਤੇ ਬਿਮਾਰੀਆਂ ਦੂਰ ਭੱਜਦੀਆਂ ਹਨ। ਇਹਨਾਂ ਗੱਲਾਂ 'ਤੇ ਲੰਡਨ ਦੀ ਟੈਬੀ ਸਟੋਕ ਕਲੀਨਿਕ ਦੀ ਮਨੋਵਿਗਿਆਨਕ ਐਲੀਜ਼ੈਂਡਰਾ ਲੇਮਾ ਨੇ ਵੀ ਦੌਰ ਪਾਈ ਹੈ। ਸਾਇੰਸਦਾਨਾਂ ਨੇ ਹਾਰਟਫੋਰਡਸ਼ਾਇਰ ਯੂਨੀਵਰਸਿਟੀ ਵਿੱਚ ਇਸ ਬਾਰੇ ਤਜਰਬੇ ਕੀਤੇ ਕਿ ਜਦ ਅਸੀਂ ਹੱਸਦੇ ਹਾਂ ਤਾਂ ਸਾਡਾ ਦਿਮਾਗ ਗੁੱਡ ਫੀਲ ਸੰਦੇਸ਼ਾਂ ਦੇਣ ਵਾਲਾ ਡੋਪਾਮਾਈਨ ਰਸਾਇਣ ਪੈਦਾ ਕਰਦਾ ਹੈ। ਇਹ ਰਸਾਇਣ ਸਾਨੂੰ ਇਸ ਕੰਮ ਦਾ ਆਦੀ ਵੀ ਬਣਾਉਂਦਾ ਹੈ, ਜਿਹਨੂੰ ਆਪਾਂ ਐਡਿਕਸ਼ਨ ਕਹਿੰਦੇ ਹਾਂ। ਅਤੇ ਮੋਰੀ ਯੂਨੀਵਰਸਿਟੀ ਦੇ ਨਿਊਰੋਲੋਜਿਸਟ ਗੈਗਰੀ ਬਰਨਸ ਦਾ ਕਹਿਣਾ ਹੈ ਕਿ ਇਹ ਰਸਾਇਣ ਸਾਨੂੰ ਵਾਰ-ਵਾਰ ਇਹ ਕੰਮ ਕਰਨ ਲਈ ਉਕਸਾਉਂਦਾ। ਹੱਸਣਾ ਵੀ ਸਰੀਰਕ ਕਸਰਤ ਵਾਂਗ ਸਾਨੂੰ ਖੁਸ਼ੀ ਦਿੰਦਾ ਹੈ, ਅਤੇ ਸਰੀਰਕ ਕਸਰਤ ਕਰਨ ਵਾਂਗ ਇਹ ਐਸੀ ਆਦਤ ਬਣ ਜਾਂਦੀ ਹੈ ਕਿ ਅਸੀਂ ਇਸ ਤੋਂ ਬਿਨਾਂ
ਫਿਰ ਸਖਣਾ ਮਹਿਸੂਸ ਕਰਦੇ ਹਾਂ। ਇਸੇ ਕਰਕੇ ਹੱਸਣ ਨੂੰ ਸਰੀਰ ਦੇ ਸਾਰੇ ਅੰਦਰਲੇ ਹਿੱਸੇ ਦੀ ਕਸਰਤ ਮੰਨਿਆ ਜਾਂਦਾ ਹੈ। ਜਦ ਅਸੀਂ ਹੱਸਦੇ ਹਾਂ ਤਾਂ ਮੂੰਹ ਦੇ ਘੱਟੋ ਘੱਟ 15 ਪੱਠੇ ਮਰੋੜਦੇ ਹਾਂ, ਜਿਹਦੇ ਨਾਲ ਖੂਨ ਦਾ ਦੌਰਾ ਤੇਜ਼ ਹੋ ਕੇ ਸਾਡਾ ਮੂੰਹ ਖੁਸ਼ੀ ਨਾਲ ਲਾਲੋ ਲਾਲ ਹੋ ਜਾਂਦਾ ਹੈ। ਖੁਸ਼ੀ ਨਾਲ ਅੱਖਾਂ ਵਿੱਚ ਵੀ ਆਂਸੂ ਆ ਜਾਂਦੇ ਹਨ। ਇਹ ਆਂਸੂ ਸਾਡੀ ਚਿੰਤਾ ਅਤੇ ਗਮ ਨੂੰ ਦੂਰ ਕਰਦੇ ਹਨ। ਕੈਲੀਫੋਰਨੀਆ ਦੀ ਲੋਮਾ ਲਿੰਡਾ ਯੂਨੀਵਰਸਿਟੀ ਦੇ ਮੰਨੇ ਹੋਏ ਡਾਕਟਰ ਲੀ ਬਰਕ ਦਾ ਕਹਿਣਾ ਹੈ, ਹੱਸਣ ਨਾਲ ਅਸੀਂ ਇਹੋ ਜਿਹੇ ਰਸਾਇਣ ਪੈਦਾ ਕਰਦੇ ਹਾਂ ਜੋ ਬਿਮਾਰੀਆਂ ਨੂੰ ਦੂਰ ਭਜਾਉਂਦੇ ਹਨ। ਇਹਨਾਂ ਰਸਾਇਣਾਂ ਨੂੰ ਇਮਿਊਨੋਗਲੋਬੂਲਿਨਸ ਕਹਿੰਦੇ ਹਨ। ਹੱਸਣਾ ਵੀ ਟੀ ਸੈਲਜ਼ ਵੀ ਪੈਦਾ ਕਰਦਾ ਹੈ ਜੋ ਸਾਡੀ ਬਿਮਾਰੀਆਂ ਤੋਂ ਰੋਕਥਾਮ ਕਰਦੇ ਹਨ। ਹੱਸਣ ਨਾਲ ਸਾਡਾ ਡਾਇਫਰਾਮ ਹੇਠ ਉੱਪਰ ਹੁੰਦਾ ਹੈ ਅਤੇ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਸਾਡੇ ਖੂਨ ਵਿੱਚ ਜਾਂਦੀ ਹੈ। ਹੱਸਣ ਨਾਲ ਸਾਡੇ ਖੂਨ ਦੀਆਂ ਧਮਨੀਆਂ ਦੇ ਅੰਦਰਲੇ ਹਿੱਸੇ ਵੀ ਮਜ਼ਬੂਤ ਹੁੰਦੇ ਹਨ ਅਤੇ ਇਹ ਜ਼ਿਆਦਾ ਚੌੜੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਖੂਨ ਦਾ ਵਹਾਅ ਸੌਖਾ ਜਾਂਦਾ ਹੈ। ਇਸੇ ਕਰਕੇ ਹੱਸਣਾ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ ਅਤੇ ਖੂਨ ਦਾ ਦਬਾਅ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ। ਇਹ ਅਧਰੰਗ ਤੋਂ ਬਚਾਅ ਕਰਦਾ ਹੈ ਕਿਉਂਕਿ ਇਹ ਖੂਨ ਨੂੰ ਜੰਮਣ ਤੋਂ ਰੋਕਦਾ ਹੈ। ਹੱਸਣ ਨਾਲ ਦੁੱਖ ਜਰਨ ਦੀ ਵੀ ਸ਼ਕਤੀ ਵੱਧਦੀ ਹੈ। ਟੈਕਸਸ ਅਮਰੀਕਾ ਦੀ ਮਨੋਵਿਗਿਆਨਕ ਰੋਜ਼ਮਰੀ ਕੋਗਨ ਨੇ 1987 ਵਿੱਚ ਤਜਰਬਿਆਂ ਰਾਹੀਂ ਸਿੱਧ ਕੀਤਾ ਕਿ ਹੱਸਣ ਨਾਲ ਐਨਲਜੈਸਿਕ ਇਫੈਕਟ, ਜਿਹਦੇ ਨਾਲ ਦੁੱਖ ਜਰਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਹੋਰ ਤਾਂ ਹੋਰ ਹੱਸਣ ਨਾਲ ਸਾਡਾ ਭਾਰ ਵੀ ਘਟਦਾ ਹੈ। ਨੈਸ਼ਵਿਲ ਟੀਨਸ ਅਮਰੀਕਾ ਦੀ ਵੈਂਡਰਬਿਲਟ ਯੂਨੀਵਰਸਿਟੀ ਵਿੱਚ ਕੀਤੇ ਤਜਰਬੇ ਰਾਹੀਂ ਸਿੱਧ ਹੋਇਆ ਕਿ ਹੱਸਣ ਨਾਲ ਦਿਲ ਦੀ ਧੜਕਣ ਵਿੱਚ 20% ਤੇਜ਼ੀ ਆਉਂਦੀ ਹੈ, ਜਿਹਦੇ ਨਾਲ ਅਸੀਂ 1 ਮਿੰਟ ਵਿੱਚ 1.3 ਕੈਲਰੀਜ਼ ਖਰਚ ਕਰਦੇ ਹਾਂ, ਜਦੋਂ ਕਿ ਦੌੜ ਲਾਉਣ ਨਾਲ 1 ਮਿੰਟ ਵਿੱਚ 10 ਕੈਲੋਰੀਆਂ ਵਰਤਦੇ ਹਾਂ। ਪ੍ਰੋਫੈਸਰ ਸਾਸੀਜ਼ ਬੁਕੋਵਸਕੀ ਦਾ ਕਹਿਣਾ ਹੈ ਕਿ ਜੇਕਰ ਅਸੀਂ 15 ਮਿੰਟ ਹਰ ਰੋਜ਼ ਹੱਸੀਏ ਤਾਂ ਸਾਲ ਵਿੱਚ 4 ਪਾਉਂਡ ਭਾਰ ਘਟਾ ਸਕਦੇ ਹਾਂ। ਇਸ ਕਰਕੇ ਖੁਸ਼ ਰਹਿਣ ਵਾਲੇ ਲੋਕ ਸਦਾ ਰਿਸ਼ਟ-ਪੁਸ਼ਟ ਲੱਗਦੇ ਹਨ। ਸਾਡਾ ਇਹੋ ਜਿਹੇ ਲੋਕਾਂ ਨੂੰ ਮਿਲਣ ਨੂੰ ਦਿਲ ਕਰਦਾ ਹੈ। ਸੜੀਏ ਲੋਕਾਂ ਤੋਂ ਅਸੀਂ ਦੂਰ ਭੱਜਦੇ ਹਾਂ। ਖੁਸ਼ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਭਾਣਾ ਕਿਵੇਂ ਮੰਨਿਆ ਜਾਂਦਾ ਹੈ। ਉਹ ਦੁੱਖ ਮੁਸੀਬਤਾਂ ਵਿੱਚ ਵੀ ਹਾਲਾਤ ਦੇ ਹਾਂ ਪੱਖੀ ਰੋਲ ਪੋਜ਼ੀਟਿਵ ਐਟੀਟਿਊਡ ਨੂੰ ਦੇਖਦੇ ਹਨ ਅਤੇ ਆਪਣੇ ਮਾੜੇ ਹਾਲਾਤ ਉੱਤੇ ਹੱਸ ਛੱਡਦੇ ਹਨ। ਮੈਨੂੰ ਯਾਦ ਹੈ ਜਦ 1973 ਵਿੱਚ ਪੈਰਿਸ ਦੇ ਹੋਟਲਾਂ ਵਿੱਚੋਂ ਰਾਤ ਦੇ 2 ਵਜੇ ਮੇਰੇ ਏਜੰਟ ਨੇ ਮੈਨੂੰ ਹੋਟਲ ਤੋਂ ਬਾਹਰ ਕੱਢ ਮਾਰਨ ਦੀ ਧਮਕੀ ਦਿੱਤੀ ਤਾਂ ਮੈਂ ਸੋਚਿਆ, ਚੱਲ ਬੱਚੂ ਦੇਖ ਜ਼ਿੰਦਗੀ ਦਾ ਇਹ ਵੀ ਨਜ਼ਾਰਾ, ਤੂੰ ਵੀ ਕਹਿੰਦਾ ਸੀ ਕਿ ਬਰੈਤ ਜਾਣਾ। ਆਪਣੇ ਵੱਸੋਂ ਬਾਹਰ ਹਾਲਾਤ ਦਾ ਡਰਾਮਾ ਦੇਖਣਾ ਵੀ ਇੱਕ ਬਹਾਦਰੀ ਹੈ, ਨਹੀਂ ਤਾਂ ਸਾਡੇ ਵਿੱਚੋਂ ਕਈ ਢੇਰੀ ਢਾਹ ਬੈਠਦੇ ਹਨ। ਸਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਖਾਸ ਕਰਕੇ ਲੋੜ ਹੈ ਜੋ ਸਦਾ ਤੁਹਾਡੇ ਵਿੱਚ ਨੁਕਸ ਕੱਢਣ ਦੀ ਤਾੜ ਵਿੱਚ ਰਹਿੰਦੇ ਹਨ। ਇਹ ਸਾੜੇ ਮਾਰੇ ਲੋਕ ਤੁਹਾਡੇ ਭੈਣ ਭਰਾ ਅਤੇ ਹੋਰ ਰਿਸ਼ਤੇਦਾਰ ਵੀ ਹੋ ਸਕਦੇ ਹਨ ਅਤੇ ਤੁਹਾਡੇ ਅਖੌਤੀ ਦੋਸਤ ਵੀ। ਇਹ ਲੋਕ ਤੁਹਾਨੂੰ ਗਮ ਵਿੱਚ ਦੇਖ ਕੇ ਖੁਸ਼ ਹੁੰਦੇ ਹਨ, ਤੁਹਾਡਾ ਨੁਕਸਾਨ ਦੇਖ ਕੇ ਬਾਗੀਆਂ ਪਾਉਂਦੇ ਹਨ। ਇਹਨਾਂ ਨੂੰ ਮਿਲ ਕੇ ਤੁਹਾਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਹੁੰਦਾ ਹੈ। ਇਸੇ ਕਰਕੇ ਇਹਨਾਂ ਨੂੰ ਬਿਲਕੁਲ ਨਹੀਂ ਮਿਲਣਾ ਚਾਹੀਦਾ। ਇਹ ਲੋਕ ਬਦਖੂਈਆਂ ਕਰਨ ਵਿੱਚ ਮਾਹਰ ਹੁੰਦੇ ਹਨ। ਇਹਨਾਂ ਉੱਤੇ ਬਾਪੂ ਦੇ 3 ਬਾਂਦਰਾਂ ਵਾਲਾ ਸਿਧਾਂਤ, ਬੁਰਾ ਮਤ ਬੋਲੋ, ਬੁਰਾ ਮਤ ਦੇਖੋ, ਬੁਰਾ ਮਤ ਸੁਣੋ, ਲਾਗੂ ਨਹੀਂ ਹੁੰਦਾ। ਇਹਨਾਂ ਨੂੰ ਫੋਨ ਵੀ ਨਾ ਕਰੋ। ਇਹ ਸਰਾਪੇ ਹੋਏ ਲੋਕ ਹਨ। ਇਹ ਆਪਣੇ ਆਪ ਨੂੰ ਵੀ ਦੁਖੀ ਰੱਖਦੇ ਹਨ ਅਤੇ ਉਸ ਦੁੱਖ ਦੀਆਂ ਚਿੰਗਾੜੀਆਂ ਬਾਕੀਆਂ ਨੂੰ ਵੀ ਵੰਡਦੇ ਹਨ। ਇਹ ਟੋਕਾ ਟੋਕੀ ਕਰਨ ਵਾਲੇ ਲੋਕ ਤੁਹਾਡੀਆਂ ਪ੍ਰਾਪਤੀਆਂ ਉੱਤੇ ਸੜਦੇ ਮਰਦੇ ਹਨ ਅਤੇ ਆਪਣੀਆਂ ਅਤੇ ਆਪ ਦੇ ਜਾਂਦੂਆਂ ਦੀਆਂ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਨੂੰ ਵੱਡਾ ਵੱਡਾ ਕਰਕੇ ਦੱਸਦੇ ਹਨ। ਇਹਨਾਂ ਦਿਲ ਸੜੇ ਖਤਰਨਾਕ ਲੋਕਾਂ ਕੋਲ ਨਫ਼ਰਤ, ਗਮੀ ਅਤੇ ਸਾੜਾ ਦੇਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਇਹ ਖਾਲੀ ਢੋਲ ਵਾਂਗ ਬਸ ਆਪਣੇ ਬਾਰੇ ਹੀ ਰੌਲਾ ਪਾਉਣ ਜਾਣਦੇ ਹਨ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਇਹਨਾਂ ਦਾ ਹਾਸਾ ਵੀ ਉੱਲੀ ਲੱਗਿਆ ਹੁੰਦਾ ਹੈ, ਜਿਹਦੇ 'ਚੋਂ ਈਰਖਾ ਦੀ ਸੜਿਆਉਂਦ ਆਉਂਦੀ ਹੈ। ਇਹਨਾਂ ਦੀਆਂ ਮੂਰਖਤਾਵਾਂ ਅਤੇ ਬੇਹੂਦੀਆਂ 'ਤੇ ਹੱਸਣਾ ਸਿੱਖੋ। ਉਦਾਸੀ ਵੇਲੇ ਦਿਲ ਲੁਭਾਉਣਾ ਸੰਗੀਤ ਸੁਣੋ। ਬਾਹਰ ਖੇਤਾਂ ਵਿੱਚ ਜਾ ਕੇ ਹਰਿਆਲੀ ਨੂੰ ਨਿਹਾਰੋ। ਪੰਛੀਆਂ ਅਤੇ ਜਾਨਵਰਾਂ ਵੱਲ ਦੇਖੋ ਜੋ ਜ਼ਿੰਦਗੀ ਦੇ ਗਮ ਤੋਂ ਦੂਰ ਆਪਣੀ ਇਕਸਾਰ ਜ਼ਿੰਦਗੀ ਜੀਉ ਰਹੇ ਹਨ। ਖਿੜੇ ਹੋਏ ਫੁੱਲ ਦੇਖੋ ਜੋ ਸਾਨੂੰ ਜ਼ਿੰਦਗੀ ਦੇ ਅਰਥ ਸਮਝਾਉਂਦੇ ਲੱਗਣਗੇ ਕਿ ਸਾਡੇ ਵਾਂਗ ਖਿੜੇ ਰਹੋ। ਵਗਦੀ ਨਦੀ ਅਤੇ ਸ਼ੀਤਲ ਜਲ ਸਾਨੂੰ ਸ਼ਾਂਤ ਕਰਦਾ ਹੈ ਕਿ ਅਸੀਂ ਵੀ ਇਸ ਕਾਇਨਾਤ ਦਾ ਇੱਕ ਕਿਣਕਾ ਹਾਂ। ਜਿਵੇਂ ਤਿਤਲੀਆਂ, ਪੰਛੀ ਅਤੇ ਦਰੱਖਤ ਕੁਦਰਤ ਦਾ ਇੱਕ ਹਿੱਸਾ ਹੋ ਕੇ ਹਵਾ ਵਿੱਚ ਝੂਮ ਰਹੇ ਹਨ, ਤਾਂ ਅਸੀਂ ਕਿਉਂ ਨਹੀਂ ਨੱਚ ਸਕਦੇ। ਜ਼ਿੰਦਗੀ ਤੋਂ ਗੁਜ਼ਰੇਗੀ ਹੀ, ਚਾਹੇ ਰੋ ਕੇ ਗੁਜ਼ਾਰ ਲਓ ਅਤੇ ਚਾਹੇ ਹੱਸ ਕੇ। ਕੀ ਅਸੀਂ ਕਦੇ ਪੰਛੀਆਂ, ਦਰੱਖਤਾਂ, ਫੁੱਲਾਂ ਅਤੇ ਪਸ਼ੂਆਂ ਨੂੰ ਰੋਂਦੇ ਵੇਖਿਆ ਹੈ? ਤਾਂ ਫਿਰ ਅਸੀਂ ਕਿਉਂ ਰੋਈਏ? ਗਮ ਕਿਉਂ ਕਰੀਏ? ਉਦਾਸ ਕਿਉਂ ਹੋਈਏ? ਆਪਣੀਆਂ ਆਸ਼ਾਵਾਂ, ਉਮੀਦਾਂ ਨੂੰ ਕਾਬੂ ਕਰੋ। ਕੀ ਕੋਈ ਇਹੋ ਜਿਹਾ ਵੀ ਇਨਸਾਨ ਹੋਇਆ ਹੈ
ਜਿਹਦੀ ਹਰ ਖਾਸ਼ ਉਮੀਦ, ਟੀਚਾ, ਮੰਤਵ, ਇੱਛਾ ਸਦਾ ਹੀ ਪੂਰੀ ਹੋਈ ਹੋਵੇ। ਜ਼ਿੰਦਗੀ ਤਾਂ ਚੱਲਦੇ ਰਹਿਣ ਵਿੱਚ ਹੈ, ਉਤਰਾਅ ਚੜ੍ਹਾਅ ਦਾ ਖਾਸਾ ਹੈ। ਹੱਸਣਾ ਜ਼ਿੰਦਗੀ ਨੂੰ ਇਕਸਾਰ ਤੋਰਨ ਅਤੇ ਰਿਆਲੀ ਕਰਨ ਵਿੱਚ ਮਸਾਲਿਆਂ ਵਾਂਗ ਕੰਮ ਕਰਦਾ ਹੈ। ਲਤੀਫੇ ਸੁਣੋ, ਸੁਣਾਓ ਅਤੇ ਦੱਬ ਕੇ ਹੱਸੋ। ਪੁਰਾਣੇ ਹਾਸੇ ਵਾਲੀਆਂ ਗੱਲਾਂ ਸਾਂਝੀਆਂ ਕਰਕੇ ਹੱਸੋ, ਦੱਬ ਕੇ ਹੱਸੋ, ਢਿੱਡ ਪੀੜ ਹੱਸੋ, ਖੁੱਲ੍ਹ ਕੇ ਹੱਸੋ, ਬਾਰ-ਬਾਰ ਹੱਸੋ। ਇਹਦੇ 'ਤੇ ਨਾ ਤਾਂ ਤੁਹਾਡੇ ਪੈਸੇ ਖਰਚ ਹੁੰਦੇ ਹਨ ਅਤੇ ਨਾ ਹੀ ਬਿਜਲੀ ਜਾਂ ਗੈਸ। ਫਿਰ ਇਹ ਮੁਫ਼ਤ ਦੀ ਜੀਵਨ ਲਾਟਰੀ ਤੋਂ ਅਸੀਂ ਆਪਣੇ ਆਪ ਨੂੰ ਕਿਉਂ ਵਾਂਝੇ ਰੱਖੀਏ। ਮੈਂ ਅਕਸਰ ਮਹਿਫਲਾਂ, ਪਾਰਟੀਆਂ ਵਿੱਚ ਕਈ ਲਤੀਫਿਆਂ, ਘਟਨਾਵਾਂ ਨੂੰ ਬਾਰ-ਬਾਰ ਸੁਣਦਾ ਅਤੇ ਸੁਣਾਉਂਦਾ ਹਾਂ ਅਤੇ ਉਹ ਹਰ ਵਾਰ ਮੈਨੂੰ ਵੀ ਅਤੇ ਮੇਰੇ ਨਾਲ ਦਿਆਂ ਨੂੰ ਵੀ ਖੁਸ਼ੀ ਦਿੰਦੇ ਹਨ। ਸਾਨੂੰ ਉਸ ਹਾਸੇ ਮਜ਼ਾਕ ਤੋਂ ਬਚਣਾ ਵੀ ਚਾਹੀਦਾ ਹੈ ਜੋ ਕਿਸੇ ਨੂੰ ਹੀਣਾ ਸਾਬਤ ਕਰਦਾ ਹੋਵੇ, ਕਿਸੇ ਦਾ ਮਨ ਦਿਖਾਉਂਦਾ ਹੋਵੇ। ਸਾਨੂੰ ਨਿਰਛਲ ਹਾਸੇ ਨੂੰ ਸਾਹ ਲੈਣ ਅਤੇ ਰੋਟੀ ਖਾਣ ਵਾਂਗ ਆਪਣੀ ਪੱਕੀ ਆਦਤ ਬਣਾ ਲੈਣਾ ਚਾਹੀਦਾ ਹੈ। ਇਸੇ ਵਿੱਚ ਹੀ ਸਾਡੀ ਆਪਣੇ ਮਿੱਤਰ ਪਿਆਰਿਆਂ ਅਤੇ ਦੁਨੀਆ ਦੀ ਖੁਸ਼ੀ ਦਾ ਭੇਦ ਲੁਕਿਆ ਹੋਇਆ ਹੈ। ਹੱਸਣਾ ਜਿੰਦਾਬਾਦ। ਇਹ ਤਾਂ ਸੀ ਜੀ ਮੇਰਾ ਛੋਟਾ ਜਿਹਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਮਸਲੇ 'ਤੇ ਸੰਵਾਦ ਰਚਾਈਏ। ਅਤੇ ਮੈਂ ਜਾਣਨਾ ਚਾਹੁੰਦਾ ਵੀ ਤੁਹਾਡਾ ਕੋਈ ਇਹਦੇ ਬਾਰੇ ਕੀ ਤਜਰਬਾ ਹੈਗਾ, ਕਿਉਂਕਿ ਬਹੁਤ ਸਾਰੀਆਂ ਥੈਰੇਪੀਜ਼ ਵੀ ਅੱਜ ਕੱਲ੍ਹ ਤਾਂ ਦੇਖਣ ਵਿੱਚ ਆਈਆਂ ਹੈਗੀਆਂ, ਜਿੱਥੇ ਯਾਨੀ ਕਿ ਲੋਕ ਜਿਹੜੇ ਹੈਗੇ ਆ ਉਹ ਇੱਕ ਕਿਸਮ ਦਾ ਇਕੱਠੇ ਹੋ ਕੇ ਹੱਸਦੇ ਹੈਗੇ, ਬਿਨਾਂ ਕਿਸੇ ਗੱਲ ਤੋਂ ਹੱਸਦੇ ਹੈਗੇ ਆ। ਅਤੇ ਦੇਖਣ ਵਿੱਚ ਇਹ ਆਇਆ ਹੈਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਹੱਸਣ ਦੇ ਨਾਲ ਬਹੁਤ ਸਾਰੀਆਂ ਤੁਹਾਡੀਆਂ ਬਿਮਾਰੀਆਂ ਦੂਰ ਹੁੰਦੀਆਂ। ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਆ ਤਾਂ ਫਿਰ ਸਾਡਾ ਨੰਬਰ 0044 300 770 2246 ਨੰਬਰ ਹੈ। ਦੇਖਣ ਵਿੱਚ ਇਹ ਆਇਆ ਜਿਹੜੇ ਹੱਸਮੁਖ ਚਿਹਰੇ ਹੁੰਦੇ ਹੈ ਉਹਨਾਂ ਨੂੰ ਮਿਲ ਕੇ ਲੋਕ ਖੁਸ਼ ਹੁੰਦੇ ਹੈ। ਜਿਹੜੇ ਸੜੀਅਲ ਕਿਸਮ ਦੇ ਲੋਕ ਹੈਗੇ ਆ ਉਹਨਾਂ ਨੂੰ ਤੁਸੀਂ ਮਿਲ ਕੇ ਰਾਜੀ ਨਹੀਂ ਹੈ। ਉਹਨਾਂ ਨਾਲ ਕੰਮ ਕਰਕੇ ਰਾਜੀ ਨਹੀਂ ਹੈ। ਜਿਹੜੇ ਲੋਕ ਸਦਾ ਹੀ ਮੂੰਹ ਵੱਟ ਕੇ ਬੈਠੇ ਰਹਿੰਦੇ ਹੈਗੇ ਜਾਂ ਮੂੰਹ ਵੱਟ ਕੇ ਤੁਰੇ ਰਹਿੰਦੇ ਹੈਗੇ ਆ, ਉਹਨਾਂ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ ਹੈ, ਉਹਨਾਂ ਨਾਲ ਕੋਈ ਕੰਮ ਕਰਕੇ ਰਾਜੀ ਨਹੀਂ ਹੈ। ਉਹਨਾਂ ਦੀ ਕੰਪਨੀ ਤੋਂ ਲੋਕ ਗਰੇਜ਼ ਕਰਦੇ ਹੈਗੇ ਆ ਅਤੇ ਉਹਦੇ ਬਾਰੇ ਗੱਲਾਂ ਵੀ ਕਰਦੇ ਹੈ ਕਿਉਂਕਿ ਅਸੀਂ ਜਿਹੜੀਆਂ ਨੈਗੇਟਿਵ ਵਾਈਬਸ ਹੈਗੀਆਂ ਉਹ ਅਸੀਂ ਛੱਡਦੇ ਹੈਗੇ ਹਾਂ। ਅਤੇ ਉਹਦੇ ਨਾਲ ਫਿਰ ਲੋਕ ਕਹਿੰਦੇ ਲੈ ਵੀ ਨਹੀਂ, ਇਹ ਤੋਂ ਦੂਰ ਰਹੋ। ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਪਾਰਾ ਚੜ੍ਹਦਾ ਹੈਗਾ, ਉਹਦੇ ਨਾਲ ਜਿਹੜਾ ਹੈਗਾ ਤੁਹਾਡਾ ਬਲੱਡ ਪ੍ਰੈਸ਼ਰ ਵੀ ਹਾਈ ਹੁੰਦਾ ਹੈਗਾ। ਉਹਨਾਂ ਤੁਹਾਨੂੰ ਸਰੀਰਕ ਤੌਰ 'ਤੇ ਅਤੇ ਤੁਹਾਨੂੰ ਮਾਨਸਿਕ ਤੌਰ 'ਤੇ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਆਪਣੇ ਮੈਂ ਚਰਨਜੀਤ ਸਿੰਘ ਖਾਨੀ ਕੁਆਲਿਟੀ ਤੋਂ ਬੋਲਦਾ। ਹਾਂਜੀ, ਕੀ ਕਹਿਣਾ ਚਾਹੋਗੇ ਚਰਨਜੀਤ ਜੀ? ਅਤੇ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ। ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਸੋਹਣਾ ਹੁੰਦਾ, ਲੋਕਾਂ ਨੂੰ ਜਾਗਰੂਕ ਕਰਨ ਵਾਲਾ ਹੁੰਦਾ। ਥੈਂਕ ਯੂ ਜੀ। ਅਤੇ ਕਿਉਂਕਿ ਜੇ ਆਪਣੇ ਹੱਸਣ ਦੇ ਵਿੱਚ ਕੋਈ ਖਰਚਾ ਵੀ ਨਹੀਂ ਆਉਂਦਾ ਹੈਗਾ। ਅਤੇ ਜਿੱਦਾਂ ਤੁਸੀਂ ਦੱਸਿਆ ਹੈਗਾ ਕਿੰਨੀਆਂ ਬਿਮਾਰੀਆਂ ਦਾ ਇਲਾਜ ਵੀ ਹੈਗਾ ਆ। ਅਤੇ ਆਪਣੇ ਕਹਿੰਦੇ ਹਨ ਹੱਸਣ ਕੁੱਦਣ ਮਨ ਕਾ ਚਾਓ। ਬਿਲਕੁਲ ਬਿਲਕੁਲ। ਅਤੇ ਕਿਉਂਕਿ ਜਿੱਦਾਂ ਹੈਗਾ ਆਪਣੇ ਮਨ ਨੂੰ ਜ਼ਰੂਰ ਹੈਗਾ ਇੱਧਰ ਪਾਸੇ ਲਾਉਣਾ ਚਾਹੀਦਾ ਹੈਗਾ। ਅਤੇ ਹਰ ਜੋ ਕੋਈ ਤੁਸੀਂ ਹੱਸਦੇ ਹੋਗੇ ਮਾਰ ਨਾਲ ਹੋਰ ਵੀ ਹੱਸੋਗੇ। ਅਤੇ ਜੇ ਤੁਸੀਂ ਰੋਂਦੇ ਆ ਤਾਂ ਤੁਹਾਡੇ ਨਾਲ ਰੋਂਦਾ ਨਹੀਂ ਕੋਈ ਨਹੀਂ ਗਾ, ਪਰ ਜਿਹੜਾ ਹੱਸਣਾ ਹੈਗਾ ਅਤੇ ਸੋਹਣਾ ਅਤੇ ਇਹ ਬਹੁਤ ਹੀ ਸੋਹਣਾ ਹੈਗਾ ਜਿੱਦਾਂ ਹੈਗਾ ਸਾਰਿਆਂ ਨੂੰ ਜਿੱਦਾਂ। ਅਤੇ ਇਹੀ ਕਹਿੰਦੇ ਹੈਗੇ ਚਲੋ ਜਿੱਦਾਂ ਵੀ ਹੋ ਸਕੇ ਕਿਸੇ ਨੂੰ ਇੱਦਾਂ ਵੀ। ਅਤੇ ਜਿੱਦਾਂ ਕੋਈ ਰਲ ਕੇ ਵੀ ਆਪਾਂ ਦੇਖਿਆ ਹੈ ਕਈ ਵਾਰੀ ਬਣਾਈਆਂ ਹੋਈਆਂ ਆਪਣੀ ਕਈਆਂ ਨੂੰ ਮੀਟਿੰਗਾਂ ਕਰਦੇ ਹਨ, ਉਹਦੇ ਵਿੱਚ ਸੋਹਣਾ ਟਾਈਮ ਪਾਸ ਹੋ ਜਾਂਦਾ ਹੈਗਾ। ਜਾਂ ਚੰਗੇ ਗਾਣੇ ਸੁਣ ਲਓ ਜਾਂ ਕੋਈ ਹੋਰ ਕੇ ਹੈਗੇ ਚੰਗੇ ਜਿਹੜੇ ਹੱਸਣਾ ਜਾਂ ਆਪਣੀ ਕਾਮੇਡੀ ਆਉਂਦੀਆਂ ਹੈਗੀਆਂ ਟੈਲੀਵਿਜ਼ਨ 'ਤੇ ਵੀ। ਅਤੇ ਉੱਦਾਂ ਹੀ ਦੇਖ ਕੇ ਆਪਣੇ ਮਨ ਨੂੰ ਜਿੱਦਾਂ ਵੀ ਖੁਸ਼ ਰੱਖੋ ਅਤੇ ਜਿਹੜਾ ਤੁਹਾਡਾ ਹੈਗਾ ਬਹੁਤ ਹੀ ਸੋਹਣਾ ਟਾਈਮ ਪਾਸ ਹੋ ਜਾਊਗਾ। ਅਤੇ ਮੈਂ ਜ਼ਿਆਦਾ ਤਾਂ ਕਹਿੰਦਾ ਹੋਇਆ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਕਰਦਾ ਕੰਚ TV ਦਾ, ਹੋਰ ਸਾਰੇ ਦੇ ਜਿਹੜੇ ਵੀ ਆਪਣੇ ਸੇਵਾਦਾਰ ਜਾਂ ਕੋਲਰ ਆਉਂਦੇ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਸਾਰੇ ਹੱਸਦੇ ਰਹੋ ਅਤੇ ਇੱਦਾਂ ਹੀ ਸਾਰਿਆਂ ਨੂੰ ਜਿੱਦਾਂ ਖੁਸ਼ੀਆਂ ਮਿਲਦੀਆਂ ਰਹਿਣ। ਜੈ ਗੁਰਦੇਵ। ਥੈਂਕ ਯੂ ਮੇਰੇ ਵੀਰ। ਇਹ ਤਾਂ ਅਸੀਂ ਜੀ ਕਮਿਊਨਿਟੀ ਤੋਂ ਚਰਨਜੀਤ ਹੋਣੀ ਜਿਨ੍ਹਾਂ ਨੇ ਫੋਨ ਕੀਤਾ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਆ ਕਿ ਕਦੀ ਤੁਸੀਂ ਵੀ ਜਿਹੜੇ ਜੋਕ ਹੈਗੇ ਸੁਣਨੇ ਜਾਂ ਸੁਣਾਉਣੇ ਤੁਹਾਨੂੰ ਵੀ ਚੰਗੇ ਲੱਗਦੇ ਹੈ, ਤੁਹਾਨੂੰ ਵੀ ਹੱਸਣਾ ਚੰਗਾ ਲੱਗਦਾ ਹੈਗਾ। ਉਹ ਹੱਸਣਾ ਇਨਕੇ ਬਹੁਤ ਮਾੜਾ ਹੈ ਜਿਹੜਾ ਤੁਸੀਂ ਕਿਸੇ 'ਤੇ ਗੱਲ ਲਾ ਕੇ ਕਿਸੇ 'ਤੇ ਹੱਸਦੇ ਹੈਗੇ ਆ, ਜਾਂ ਕਿਸੇ ਨੂੰ ਹੀਣ ਭਾਵਨਾ ਦੇ ਨਾਲ ਜਿਹੜਾ ਹੈਗਾ ਤੁਸੀਂ ਹੱਸਦੇ ਆ, ਜਾਂ ਟਿਚਰਾਂ ਕਰਕੇ ਹੱਸਦੇ ਹੈਗੇ ਆ। ਉਹ ਤੁਸੀਂ ਆਪਣਾ ਜਲੂਸ ਕੱਢ ਰਹੇ ਹੁੰਦੇ ਆ। ਪਰ ਜਦੋਂ ਤੁਸੀਂ ਵਾਕਿਆ ਹੀ ਨਿਰਛਲ ਬਿਨਾਂ ਕਿਸੇ ਨੂੰ ਨੁਕਸਾਨ ਦੇ ਜਿਹੜਾ ਕੋਈ ਜੋਕ ਸੁਣਾਉਣੇ ਹੈਗੇ ਆ, ਜਾਂ ਤੁਸੀਂ ਜਿਹੜਾ ਕੋਈ ਇਹੋ ਜਿਹਾ ਖੁਸ਼ੀ ਵਾਲਾ ਮਾਹੌਲ ਪੈਦਾ ਕਰਦੇ ਹੈਗੇ ਆ, ਤਾਂ ਤੁਸੀਂ ਹੈਰਾਨ ਹੋਵੋਗੇ। ਉਸ ਮਹਿਫਲ ਦੇ ਵਿੱਚ ਲੋਕ ਆਣ ਕੇ ਜੁੜ ਜਾਂਦੇ ਹੈ। ਅਤੇ ਜੇ ਤੁਸੀਂ ਕਿਸੇ ਦੀਆਂ ਚੁਗਲੀਆਂ ਜਾਂ ਕਿਸੇ ਬਾਰੇ ਕੋਈ ਨਿੰਦਿਆ ਕਰਦੇ ਹੋਵੋਗੇ ਤਾਂ ਲੋਕ ਜਾਣੀ ਕਿ ਉੱਥੋਂ ਦੂਰ ਹੋ ਜਾਂਦੇ ਲੈ ਵੀ ਇੱਥੋਂ ਦੂਰ ਰਹੋ, ਕਿਉਂਕਿ ਅਸੀਂ ਨੈਗੇਟਿਵ ਵਾਈਬ ਜਿਹੜੀਆਂ ਹੈਗੀਆਂ ਉਹ ਪੈਦਾ ਕਰ ਰਹੇ ਹੁੰਦੇ ਹਾਂ। ਤੁਹਾਡਾ ਇਹਦੇ ਬਾਰੇ ਕੀ ਤਜਰਬਾ ਹੈਗਾ
कि तुसी भी जोक सुनाने चंगे लगते है। जोक सुनाना भी जिहड़ा हैगा एक हुनर हैगा, तो जोक नूं सुनना भी एक हुनर हैगा। कई बंदिਆਂ ਨੂੰ ਤਾਂ जोक सुनना भी नहीं आता हैगा, तो वो कभी हੱਸਦੇ भी नहीं है जिद्दां मर्जी वधिया जोक होवे। तो कई बंदिਆਂ ਨੂੰ जोक सुनाना भी नहीं आता है, वो जोक भी सुनाउणगे जिस तरह इनके कोई वैसे ही एवं कोई कहानी की गल कर रहा है, कोई वैसे ही गल कर रहा है। सो इस करके जिहड़ा हੱसना हैगा बिना किसी कारण तो भी हੱसना चाहिए हैगा, जान कि अपने आप भी जिहड़ा हੱसना बड़ा जरूरी है, ताकि जिहड़ियां चिंता हैगियां तुहाडे फिक्र हैगे वो जान कि दूर चल जाण। असीं इस जिंदगी नूं माणन इत्थे आए हैगे, असीं इत्थे कोई पनिशमेंट कट्टण नहीं आए इस दुनिया विच। सो तुहाडा अपना तजर्बा इहदे बारे की हैगा, मैं तुहाडे तो जानना चाहुंदा। साडी टैलीफोन लाइन जिहड़ियां वो खुल्लियां हैगियां, क्योंकि मैं तो अपनी गल कर ली है, हुण मैं तुहाडी गल सुननी चाहुंदा। तुसीं इहदे बारे की सोचदे हैगे, तुसीं इहदे बारे की कहना चाहुंदे आ? नंबर जिहड़ा हैगा जिस तरह साडी स्क्रीन दे थल्ले भी आ रहा हैगा 0300 770 2246। मैं उन्होंने सारे कॉलर्स का जोड़े मेरे इस प्रोग्राम में हिस्सा लेंदे हैगे आ, उन्होंने मैं एक बार फिर धन्यवाद करना चाहना, क्योंकि वो इस प्रोग्राम को बहुत रंगारंग बनाते हैं, इस प्रोग्राम को बहुत चंगा बनाते हैं। इस करके बहुत जरूरी हैगा कि तुसीं इस प्रोग्राम में हिस्सा लवो, ताकि तुहाडे विचार जिहड़े हैगे मैं जान सकां तुसीं इहदे बारे की कहना चाहुंदे आ। टैलीफोन जिहड़ा हैगा जिस तरह दस्सिया साडियां लाइन्स खुल्लियां हैगियां टैलीफोन दियां, आम करके तुसीं कहंदे सानूं टैलीफोन लाइन नहीं मिलती। हैलो जी, कौन ते जी, कित्थों बोल रहे हैं जी? डॉक्टर जी मेरा नाम पुरुषोत्तम है जी। पुरुषोत्तम जी, तुसीं की कहना चाहुंदे हੱਸਣ बारे? डॉक्टर जी ये तो एक थैरेपी हैगी आ, हाँ हाँ, शरीर नूं तंदुरुस्त रखण वास्ते। हाँ जी हाँ जी। ते मैनूं इहदा लगदा है जिहड़ी कैमिस्ट्री है ना, जिहड़ी बॉडी नूं पॉजिटिव वाइब्रेशन देण वास्ते ये हੱਸਣ ਦੀ ਜ਼ਰੂਰਤ ਆ। हाँ हाँ हाँ। ਤੇ ਇਹ ਬੋਡੀ ਨੂੰ ਖੁਸ਼ੀ ਦੇਣ ਦੀ ਜ਼ਰੂਰਤ ਆ। हाँ हाँ। ਤੁਸੀਂ ਦੇਖ ਲਓ ਕਿ ਜਦੋਂ ਤੁਸੀਂ ਖੁਸ਼ ਹੁੰਨੇ ਆ ਤੇ ਇਦਾਂ ਲੱਗਦਾ ਕਿ ਵੀ ਤੁਹਾਡੇ ਜਿਹੜੇ ਰੋਗ ਆ ਉਹ ਵੀ ਦੂਰ ਚਲੇ ਗਏ ਆ। ਬਿਲਕੁਲ ਹੀ, ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਹੱਸਣਾ ਆ ਬੋਡੀ ਨੂੰ ਖੁਸ਼ੀ ਦੇਣ ਵਾਲੀ ਗੱਲ ਆ, ਤੇ ਉਹ ਜਿਹੜੇ ਤੁਹਾਡੇ ਅੰਦਰ कह लो तुहाडी कैमिस्ट्री चेंज हो जाती सारी बॉडी दी, कि तुसी ओ दर्द आ दुख आ वो दूर तुहानूं पता ही नहीं लगता कि उस वेले हैगे आ कि नहीं हैगे। नाले समा भी बड़ी छेती लंघदा, समा बहुत छेती पास हुंदा। बिल्कुल बिल्कुल। ते मैं देखदा कि कई आदमी तां उन्हां नूं बाई नेचर नहीं खुश हुंदे, उदां ही हुंदे आ। पर जिन्हां दे कोल इह हैगी विद्या हैगी आ, ਜਿਹੜੇ ਲੋਕਾਂ ਨੂੰ ਹਸਾ ਸਕਦੇ ਆ, ਚਾਹੇ ਜੋਕਸ ਦੇ ਨਾਲ ਚਾਹੇ ਆਪਣੀ ਗੱਲਬਾਤ ਦੇ ਨਾਲ, ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਆ ਤਾਂ ਕਿ ਦੂਸਰਿਆਂ ਨੂੰ ਵੀ ਇਹਦਾ ਫਾਇਦਾ ਹੋ ਸਕੇ। ਤੇ ਇਹ ਥੈਰੇਪੀ ਤਾਂ ਮੈਂ ਦੇਖਿਆ ਕਿ ਸਾਰਿਆਂ ਹੋਰਨਾਂ ਜਿਹੜੇ ਵੀ ਯੋਗ ਵੀ ਕਰਦੇ ਆ ਉਹਨਾਂ ਨਾਲੋਂ ਵੀ ਇਹਦਾ ਲਾਭ ਜ਼ਿਆਦਾ ਹੈਗਾ। ਹਾਂਜੀ ਹਾਂਜੀ। ਇਹ ਬਹੁਤ ਹੱਸਣ ਦੀ ਗੱਲ ਹੈ। ਕਈ ਵਾਰੀ ਜਦੋਂ ਆਪਾਂ ਯੋਗਾ ਦੇਖਦੇ ਆ ਕਿ ਹੱਸਦੇ ਗਰੁੱਪ ਹੱਸਦੇ ਆ ਨਾ, ਬਿਲਕੁਲ ਉਹ ਬਨੌਟੀ ਹਾਸਾ ਹੁੰਦਾ, ਪਰ ਥੋੜੇ ਚਿਰ ਬਾਅਦ ਨਾ कह लो 5 मिनट के बाद वो जो बनौटी हासा ना असली हासे दे विच चेंज हो जाता है। बिल्कुल बिल्कुल बिल्कुल। और तुसी अपने ना उस वेले जिहड़ी बॉडी उस हासे दी थैरेपी जिहड़ी हैगी अद्धे घंटे बाद भी तुसी देख लोगे कि तुहाडा ना शरीर अरोग लगता है। हाँ हाँ हाँ। डॉक्टर साहब जी तुसी बहुत सोहना यह टॉपिक लेके आए हैं। थैंक यू जी। और इदां ही जागरूकता लियाई चलो सारिਆਂ ਨੂੰ। बहुत मेहरबानी, बहुत मेहरबानी। थैंक यू थैंक यू। ये तो जी मेरे वीर पुरुषोत्तम होनी जिन्होंने टैलीफोन कॉल किया, जिन्होंने अपने विचार साढ़े नाल साझे किए। मैं जिस तरह पहले भी गल की, कुछ लोग जोड़े है जो कुछ मर्जी कर लो सड़े रेंदे है जिदा इस दुनिया ते इस जहान ते वो पनिशमेंट ले आए है, उन्होंने कोई सजा मिली है। हैलो जी, कौन तो जी, कितों बोल रहे हैं जी? हैलो जी, कौन तो जी, कितों बोल रहे हैं जी? हाँ जी डॉक्टर साहब, जगदीश सिंह बोलता जी ग्लासगो तो। हाँ जी जगदीश जी, की कहना चाहोगे हसन बारे? पहला हस के दिखावा। जरूर जरूर हसो। वाह वाह, वंडरफुल। देखो जी गल है, हाँ दिल्ली दे विच सवेरे सवेरे जिहड़े ओल्ड पीपल हुंदे ना पार्कां दे विच, हाँ हाँ वो थोड़ी योगा करते हैं और फिर एक दूजे पर उंगलियां करके ना नकली हसते, जिवें हुणे भाई साहब ने कहा पहला नकली हसते, उन्होंने नकली हस जाते हैं कि बाकी सारे असली हस पैंदे हैं।
ਹਾਂਜੀ 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 ਹਾਂਜੀ। ਅੱਛਾ, ਨੱਚਣ ਕੁੱਦਣ ਮਨਕਾ ਚਾਓ ਵੀ ਭਾਈ ਸਾਹਿਬ ਕਹਿ ਚੁੱਕੇ ਆ। ਬਿਲਕੁਲ ਬਿਲਕੁਲ। ਅੱਛਾ, ਇੱਦਾਂ ਹੈ ਕਿ ਇਸਲਾਮ ਵਿੱਚ ਸੁਣਿਆ ਕਿ ਮਾਯੂਸੀ ਜਿਹੜੀ ਹੈ ਉਹ ਗੁਨਾਹ ਮੰਨੀ ਜਾਂਦੀ ਹੈ। ਅੱਛਾ, ਹਾਂਜੀ, ਕਿਹਾ ਕਿਸੇ ਨੇ ਵੀ ਮਾਯੂਸੀ ਜਿਹੜੀ ਨਾ ਉਹ ਇਸਲਾਮ ਦੇ ਵਿੱਚ ਮਨਾ ਹੈ, ਕਿਉਂਕਿ ਮਾਯੂਸੀ ਦੇ ਨਾਲ ਬੰਦਾ ਜਿਹੜਾ ਰੱਬ ਤੋਂ ਦੂਰ ਹੁੰਦਾ, ਇਸ ਤਰ੍ਹਾਂ ਦਾ ਕੁਛ ਹੈ। ਤੇ ਦੂਸਰੇ ਪਾਸੇ ਸਾਨੂੰ ਤਾਂ ਚੜ੍ਹਦੀ ਕਲਾ ਕਿਹਾ ਹੋਇਆ, ਪੋਜ਼ਿਟਿਵ ਥਿੰਕਿੰਗ। ਐਬਸੋਲੂਟਲੀ ਐਬਸੋਲੂਟਲੀ। ਚੜ੍ਹਦੀ ਕਲਾ ਦੇ ਵਿੱਚ ਤਾਂ ਮਤਲਬ ਕਈਆਂ ਨੂੰ ਹਾਲ ਪੁੱਛੋ, ਹਾਂਜੀ ਕੀ ਹਾਲ, ਕਹਿੰਦੇ ਚੜ੍ਹਦੀ ਕਲਾ। ਉਹਨਾਂ ਦੀ ਗੱਲ ਸੁਣ ਕੇ ਤੁਸੀਂ ਆਪ ਵੀ ਚੜ੍ਹਦੀ ਕਲਾ 'ਚ ਹੋ ਜਾਂਦੇ ਹੋ। ਤੇ ਤੁਸੀਂ ਗੱਲ ਕੀਤੀ ਪੰਛੀ ਕਦੇ ਉਦਾਸ ਨਹੀਂ ਹੁੰਦੇ, ਇਹ ਮੈਂ ਤੁਹਾਡੇ ਕਹੇ ਤੇ ਬੜੇ ਗੌਰ ਨਾਲ ਸੋਚਿਆ, ਪੰਛੀ ਸੱਚੀ ਕਦੇ ਉਦਾਸ ਨਹੀਂ ਹੁੰਦੇ। ਔਰ ਫੁੱਲ ਔਰ ਪੰਛੀਆਂ ਦੇ ਤਾਂ ਉਦਾਹਰਨਾਂ ਦੇ ਦੇ ਕੇ ਬੜੇ ਗਾਣੇ ਬਣਾਏ ਹੋਏ ਆ। ਇਦਾਂ ਹੈ ਜੀ, ਇਦਾਂ ਹੈ। मैंने कहा फूलों से हंसो तो वो खिलखिला कर हंसती है। और फिर है कि एक और भी गीत थी, जो तुम हंसोगे तो दुनिया हंसेगी, बिल्कुल रोओगे तुम तो ना रोएगी दुनिया। फिर एक और गीत थी, जिंदगी हंसने गाने के लिए है, पल दो ना पल, अमिताभ बच्चन ने गाया। और कामयाब इस जगते कोई रोंदू कदे ना होया है, ये एक कविता सी। कामयाब इस जगते कोई रोंदू कदे ना होया है, खुश रहो खुश करो और खुशियां वंडो। कहते खुशियां वंडण नाल होर वधदियां ने। पर जगदीश जी, अगला कहंदा सौ बधाइयां। जगदीश जी मैनूं चेता हैगा, ਅਸੀਂ मैं खैर हसण वाला बंदा हैगा, छोटे ਹੁੰਦੇ ਜਦੋਂ ਕਾਲਜ ਸੀ ਪੜ੍ਹਦੇ ਤੇ ਉਸ ਟਾਈਮ ਤੇ ਮੈਂ ਤੇ ਮੇਰਾ ਦੋਸਤ ਉਹ ਵਿਕਰਮ ਉਹਦਾ ਨਾਂ ਹੈ, ਉਹ ਕੈਨੇਡਾ ਰਹਿੰਦਾ ਅੱਜ ਕੱਲ੍ਹ, ਅਸੀਂ ਬਹੁਤ ਹੱਸਦੇ ਹੁੰਦੇ ਸੀ। ਤੇ ਉਸ ਜਿੱਥੇ ਉਹਨਾਂ ਦੇ ਘਰ ਯਾਨੀ ਕਿ ਗੁਆਂਢ ਸੀ ਉਹਨਾਂ ਦਾ, ਉਸ ਬੰਦੇ ਨੂੰ ਤੇ ਇੱਕ ਦੋ ਬੰਦੇ ਹੋਰ ਸੀ, ਬੜੀ ਤਕਲੀਫ ਹੋਣੀ। ਕਹਿੰਦੇ ਇਹ ਦੋਨੇ ਹੀ ਆਹ ਕਚਕਿੱਲੀ ਪਾਉਂਦੇ, ਕਿਤੇ ਆਹ ਕਚਕਿੱਲੀ ਪਾਉਂਦੇ। ਅਸੀਂ ਹੁਣ ਵੀ ਉਹ ਗੱਲ ਯਾਦ ਕਰਕੇ ਆਪਣੇ ਆਪ 'ਚ ਬੜਾ ਹੱਸਦੇ ਆ। ਇਹ ਵੀ ਤਾਂ ਇੱਕ ਹਾਸਾ ਹੈਗਾ ਨਾ, ਜੇ ਤੁਸੀਂ ਪੁਰਾਣੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਕੇ, ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਇਕੱਲੇ ਹੀ ਬੈਠ ਕੇ ਉੱਚੀ ਉੱਚੀ ਹੱਸਦੇ ਹੋ ਉਹ 'ਚ ਕੋਈ ਗਲਤ ਨਹੀਂ ਹੈਗਾ, ਪਰ ਜੇ ਤੁਸੀਂ ਅੰਦਰੋਂ ਹੀ ਹੱਸੀ ਜਾਂਦੇ ਹੋ ਪੁਰਾਣੀ ਗੱਲ ਯਾਦ ਕਰਕੇ, ਉਹ ਵੀ ਬਹੁਤ ਅੱਛਾ ਹੈਗਾ। ਭਾਵੇਂ ਕਿਸੇ ਟ੍ਰੇਨ 'ਚ ਬੈਠੇ ਹੋ, ਬੱਸ 'ਚ ਬੈਠੇ ਹੋ, ਜਾਂ ਕੁਛ ਵੀ ਕਰਦੇ ਹੋ। ਔਰ ਇਹ ਦੇਖੋ, ਅੰਗਰੇਜ਼ ਲੋਕ ਸਾਡੇ ਨਾਲੋਂ ਇਸ ਚੀਜ਼ 'ਚ ਅੱਗੇ। ਅਗਰ ਕੰਮ ਤੇ ਦਿਲ ਨਹੀਂ ਲੱਗਦਾ ਉਹ ਨੌਕਰੀ ਛੱਡ ਜਾਂਦੇ ਆ, ਅਗਰ ਵਿਆਹ ਵਿੱਚ ਖੁਸ਼ੀ ਨਹੀਂ ਹੈਗੀ ਉਹ ਵਿਆਹ ਛੱਡ ਜਾਂਦੇ ਆ। ਬਿਲਕੁਲ। ਔਰ ਪਾਰਟੀਆਂ ਕਰਨਾ, ਜਨਮ ਦਿਨ ਮਨਾਉਣਾ, ਔਰ ਬਗੈਰ ਹੀ ਕਿਸੇ ਗੱਲ ਤੋਂ ਵੀਕਐਂਡ ਤੇ ਡਿਨਰ ਖਾਣ ਚਲੇ ਜਾਣਾ, ਇਹ ਇੱਕ ਖੁਸ਼ੀਆਂ ਦੇ ਛੋਟੇ ਛੋਟੇ ਉਹਨਾਂ ਦੀਆਂ ਐਫਰਟ ਹੈ, ਉਹਨਾਂ ਦੇ ਮਨੋਰੰਜਨ ਦਾ, ਮਨ ਪਰਚਾਵੇ ਦੀ ਇਹ ਇੱਕ ਬਹੁਤ ਅੱਛੀ ਕਹਿੰਦੇ ਵੀ ਜ਼ਰੂਰਤ ਹੈ ਉਹਦੀ। ਬਿਲਕੁਲ। ਸੋ ਰੱਬ ਕਰੇ ਦੁਨੀਆ ਦੇ ਵਿੱਚ ਸਭ ਨੂੰ ਖੁਸ਼ੀ ਮਿਲੇ, ਸਭ ਦੇ ਘਰਾਂ ਵਿੱਚ ਆਂਗਨ ਦੇ ਵਿੱਚ ਖੁਸ਼ੀਆਂ ਦਾ ਖੇੜੇ ਹੋਣ। ਤੇ ਇੰਨੇ ਲਫ਼ਜ਼ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੂੰਗਾ। ਥੈਂਕ ਯੂ, ਥੈਂਕ ਯੂ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਤੁਸੀਂ ਜੀ ਮੇਰੇ ਵੀਰ ਜਗਦੀਸ਼ ਸਿੰਘ ਹੁਣੀ ਗਲਾਸਗੋ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਜਿਹੜੀ ਮੈਂ ਸੀ ਗੱਲ ਕਰ ਰਿਹਾ, ਜਦੋਂ ਮੈਂ ਤੇ ਮੇਰਾ ਦੋਸਤ ਅਸੀਂ ਬਹੁਤ ਹੱਸਦੇ ਹੁੰਦੇ ਸੀ, ਉਹ ਉਸ ਗੁਆਂਢੀ ਨੂੰ ਤੇ ਇੱਕ ਅੱਧਾ ਬੰਦਾ ਹੋਰ ਸੀਗੇ, ਉਹਨਾਂ ਨੂੰ ਇਸੇ ਚੀਜ਼ ਦੀ ਬੜੀ ਤਕਲੀਫ ਸੀਗੀ ਹੁੰਦੀ ਵੀ ਅਸੀਂ ਹੱਸਦੇ ਕਿਉਂ ਹੈ। ਸ਼ਾਇਦ ਹਜੇ ਵੀ ਕੁਛ ਲੋਕਾਂ ਨੂੰ ਤਕਲੀਫ ਹੁੰਦੀ ਹੋਵੇ ਵੀ ਮੈਂ ਹੱਸਦਾ ਕਿਉਂ ਹੈਗਾ, ਬਈ ਇਹ ਹੱਸਦਾ ਕਿਉਂ ਰਹਿੰਦਾ ਹੈਗਾ, ਇਹ ਕਿਉਂ ਜੋਕ ਜਾਣ ਕੇ ਸੁਣਾਉਂਦਾ ਹੈਗਾ। ਅਤੇ ਸਾਡੇ ਜਾਣੀ ਕਿ ਜੋਕ ਸੁਣਾਉਣ ਦਾ ਆਪਣਾ ਤਰੀਕਾ ਵੀ ਹੁੰਦਾ ਹੈਗਾ ਵੀ ਤੁਸੀਂ ਉਸ ਮਹਿਫਲ ਵਿੱਚ ਜਿਹੜਾ ਹੈਗਾ ਅਟੈਂਸ਼ਨ, ਸੈਂਟਰ ਆਫ ਅਟੈਂਸ਼ਨ ਜਾਣੀ ਕਿ ਬਣ ਜਾਂਦੇ ਹੈਗੇ ਆ। ਪਰ ਆਪਣਾ ਆਪਣਾ ਤਰੀਕਾ ਹੈ, ਖੁਸ਼ ਰਹਿਣ ਦੀ ਗੱਲ ਹੈਗੀ ਆ। ਇਸ ਕਰਕੇ ਜਿਸ ਤਰ੍ਹਾਂ ਅਸੀਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ, ਅਸੀਂ ਇਸ ਦੁਨੀਆ ਦੇ ਵਿੱਚ ਪਨਿਸ਼ਮੈਂਟ ਲਈ ਨਹੀਂ ਆਏ, ਅਸੀਂ ਜ਼ਿੰਦਗੀ ਜੀਣੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਮਾਨ ਸਾਹਿਬ, ਦੇਖੋ ਜੀ, ਤੁਸੀਂ ਹਾਸੇ ਦੀ ਗੱਲ ਕੀਤੀ ਹੈ ਨਾ, ਤਾਂ ਜ਼ਰੂਰ ਹੋਣਾ ਚਾਹੀਦਾ ਆ। ਪਰ ਕਈ ਵਾਰੀ ਇਹੋ ਜਿਹੀ ਵਾਰਦਾਤ ਹੋ ਜਾਂਦੇ ਆ ਨਾ, ਫਿਰ ਆਦਮੀ ਨੂੰ ਖਾਮੋਸ਼ ਹੋ ਜਾਣਾ ਪੈਂਦਾ। ਲੇਕਿਨ ਉਹਦੇ ਵਿੱਚ ਖਾਮੋਸ਼ ਹੋਣ ਦੇ ਨਾਲ ਬਣ ਕੁਛ ਨਹੀਂ ਸਕਦਾ, ਤੇ ਕਿਉਂਕਿ ਉਹਦੇ ਵਿੱਚ ਆਪਣਾ ਹੀ ਨੁਕਸਾਨ ਹੁੰਦਾ ਹੈ ਜ਼ਿਆਦਾਤਰ। ਇਸ ਕਰਕੇ ਜਿਹੜੇ ਸਰੀਰਕ ਰੋਗ ਹੈ ਨਾ, ਉਹ ਜ਼ਿਆਦਾਤਰ ਲੋਕੀ ਜਿਹੜੇ ਨਾ ਤੁਹਾਨੂੰ ਮਿਹਣੇ ਮਾਰ ਮਾਰ ਕੇ ਤੁਹਾਡਾ ਉਹ ਲੈਟ ਡਾਊਨ ਕਰਦੇ ਹੈ ਨਾ, ਉਹਦੇ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਬਿਲਕੁਲ। ਇਸ ਕਰਕੇ ਤੁਸੀਂ ਉਹਨਾਂ ਗੱਲਾਂ ਵੱਲ ਉਹਨਾਂ ਦਾ ਧਿਆਨ ਨਹੀਂ ਦੇਣਾ ਚਾਹੀਦਾ। ਜੋ ਕੁਝ ਲਾਈਫ ਵਿੱਚ ਹੋ ਰਿਹਾ ਉਹ ਨੈਚੁਰਲੀ ਹੋ ਰਿਹਾ, ਤੇ ਕਿਸੇ ਦੀ ਗੱਲ ਵੱਲ ਜ਼ਿਆਦਾ ਧਿਆਨ ਨਾ ਦਿਓ। ਤੇ ਦੂਸਰਾ, ਇਹ ਜਿਹੜਾ ਹਾਸਾ ਹੈ ਨਾ, ਇਹ ਬਲੱਡ ਪ੍ਰੈਸ਼ਰ, ਸ਼ੂਗਰ, ਡਿਪਰੈਸ਼ਨ ਨੂੰ ਇਹ ਦੂਰ ਰੱਖਦਾ ਹੈਗਾ। ਹਾਂਜੀ, ਤੇ ਕਹਿੰਦੇ ਹੁੰਦੇ ਨਾ, ਬਰਾਤ ਵਿੱਚ ਨੱਚਣਾ ਜ਼ਰੂਰ ਚਾਹੀਦਾ ਹੈ,
ਜ਼ਿੰਦਗੀ ਵਿੱਚ ਹਰ ਰੋਜ਼ 2 ਵਾਰ ਕਿਤੇ ਨਾ ਹੱਸਣਾ ਜ਼ਰੂਰ ਚਾਹੀਦਾ ਤੇ ਆਦਮੀ ਦੇ ਤੰਦਰੁਸਤ ਰਹਿੰਦਾ, ਇਹਦੇ ਨਾਲ ਸਾਰੀਆਂ ਬਿਮਾਰੀਆਂ ਜਾਂਦੀਆਂ ਰਹਿੰਦੀਆਂ, ਕਿਉਂਕਿ ਹੱਸਣ ਦੇ ਨਾਲ ਤੁਹਾਡਾ ਜਿਹੜਾ ਨਾ ਮਾਸਪੇਸ਼ੀਆਂ ਜਿੱਦਾਂ ਤੁਸੀਂ ਦੱਸਿਆ ਨਾ ਔਰ ਅੱਖਾਂ ਦੇ ਵਿੱਚ ਖੁਸ਼ੀ ਆ ਜਾਂਦੀ ਆ। ਪਰ ਇਹ ਮਾਨ ਸਾਹਿਬ ਕਈਆਂ ਨੂੰ ਤਕਲੀਫ ਬੜੀ ਹੁੰਦੀ ਆ। ਉਹ ਤਕਲੀਫ ਉਹਨਾਂ ਨੂੰ ਹੁੰਦੀ ਹੈ ਨਾ ਜਿਹੜੇ ਦੇਖੋ ਜਿਹੜੇ ਤੁਹਾਡੀ ਖੁਸ਼ੀ ਦੇ ਨਾਲ ਖੁਸ਼ੀ ਨਹੀਂ ਨਾ ਕਰਦੇ ਉਹਨਾਂ ਨੂੰ ਤਕਲੀਫ ਜ਼ਿਆਦਾ ਹੁੰਦੀ ਆ। ਇਹ ਜੈਲਸੀ ਹੈ, ਇਹ ਸਾੜਾ ਹੈ, ਇਹਨੂੰ ਜੈਲਸ ਕਿਹਾ ਜਾਂਦਾ। ਹਾਂਜੀ, ਇਹ ਲੇਕਿਨ ਇਹੀ ਹੁੰਦੀ ਹੈ ਕਿ ਜੈਲਸ ਹੁੰਦੀ ਹੈ ਨਾ ਜਿਹੜੀ ਉਹ ਤੁਹਾਨੂੰ ਨੁਕਸਾਨ ਨਹੀਂ ਕਰਦੀ, ਉਹਨਾਂ ਬੰਦਿਆਂ ਨੂੰ ਨੁਕਸਾਨ ਕਰਦੀ ਆ। ਜੇ ਪਤੀਲੀ ਬੁਲੂ ਤਾਂ ਆਪਣੇ ਕੰਡੇ ਸਾੜੂ। ਹਾਂਜੀ, ਬਸ ਗੱਲ ਖਾਤਮ ਆ। ਹਾਂਜੀ, ਤੇ ਇਸ ਕਰਕੇ ਜਿੱਦਾਂ ਲੋਹੇ ਦੇ ਵਿੱਚ ਮੈਂ ਕਈ ਵਾਰੀ ਅੱਗੇ ਵੀ ਗੱਲ ਕੀਤੀ, ਲੋਹੇ ਚ ਜਗਾਲ ਨਿਕਲਦਾ ਉਹ ਇਹਨੂੰ ਖਾ ਜਾਂਦਾ ਆ। ਇਸੇ ਕਰਕੇ ਜਿਸ ਬੰਦੇ ਦੇ ਖੁਸ਼ੀ ਦੂਸਰੇ ਦੀ ਖੁਸ਼ੀ ਨਹੀਂ ਜ਼ਾਹਿਰ ਹੁੰਦੀ ਉਹਦੇ ਮਨ ਵਿੱਚ ਹਮੇਸ਼ਾ ਦੂਸਰੇ ਬੰਦੇ ਲਈ ਨਫ਼ਰਤ ਰਹਿੰਦੀ ਆ, ਉਹਦਾ ਆਪਣਾ ਨੁਕਸਾਨ ਉਹ ਜ਼ਿਆਦਾ ਕਰਦਾ। ਨਾਲੇ ਇਸ ਤੋਂ ਬਿਨਾਂ ਕਈ ਬੰਦੇ ਕਿਸੇ ਨੂੰ ਹੀਣਾ ਕਰਕੇ ਕਿਸੇ ਦੀ ਯਾਨੀ ਕਿਹੜਾ ਹੈਗਾ ਕਿਸੇ ਦੀ ਡਿਸੇਬਿਲਟੀ ਤੇ ਕਿਸੇ ਦਾ ਜਾਤ ਦਾ ਨਾਂ ਲੈ ਕੇ ਕਿਸੇ ਦਾ ਧਰਮ ਦਾ ਨਾਂ ਲੈ ਕੇ ਇਹੋ ਜਿਹੜੀਆਂ ਕਰਤੂਤਾਂ ਹੈਗੀਆਂ ਹੱਸਣਾ ਉਹ ਤਾਂ ਬੜਾ ਗਲਤ ਹੈ। ਜ਼ਰੂਰ ਉਹ ਤਾਂ ਕਦੇ ਵੀ ਹੋਣਾ ਨਹੀਂ ਚਾਹੀਦਾ। ਫਰਜ਼ ਕਰੋ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਅਗਰ ਡਿਸੇਬਲ ਹੁੰਦੇ ਤੁਸੀਂ ਤੁਹਾਡਾ ਕੋਈ ਮਜ਼ਾਕ ਉਡਾਉਂਦਾ ਇਹ ਤੁਹਾਡੇ ਤੇ ਕਿੱਦਾਂ ਫੀਲ ਹੁੰਦੀ ਤੁਸੀਂ। ਉਹ ਕੋਈ ਵੀ ਚੀਜ਼ ਜਿਹੜੀ ਕਿਸੇ ਨੂੰ ਤੁਸੀਂ ਕਰਨੀ ਚਾਹੁੰਦੇ ਨਾ ਉਹ ਆਪਣੇ ਤੇ ਪਹਿਲਾਂ ਡਿਪੈਂਡ ਕਰੋਗੇ। ਅਗਰ ਮੈਂ ਉਹਦੀ ਜਗ੍ਹਾ ਹੋਵਾਂ ਤਾਂ ਮੇਰੇ ਨਾਲ ਕੀ ਬੀਤੇਗੀ। ਇਸ ਕਰਕੇ ਹਰ ਇੱਕ ਇਨਸਾਨ ਨੂੰ ਚਾਹੀਦਾ ਪਹਿਲਾਂ ਆਪਣੇ ਤੇ ਦੇਖ, ਜੇ ਕਿਸੇ ਨੂੰ ਗਾਲ ਵੀ ਕੱਢਦੇ ਆ ਤਾਂ ਉਹ ਵੀ ਪਹਿਲਾਂ ਆਪਣੇ ਤੇ ਦੇਖੋ, ਅਗਰ ਕੋਈ ਮੈਨੂੰ ਗਾਲ ਕੱਢਦਾ ਤਾਂ ਮੇਰੇ ਤੇ ਕੀ ਬੀਤਦੀ ਔਰ ਮੈਨੂੰ ਗੁੱਸਾ। ਤੇ ਦੂਸਰੀ ਗੱਲ ਹੈ ਉਹ ਕਿਸੇ ਅਗਰ ਕੋਈ ਗਾਲ ਕੱਢਦਾ ਉਹਦੇ ਦਿਲ ਤੇ ਵੀ ਨਹੀਂ ਲੈਣੀ ਚਾਹੀਦੀ। ਤੇ ਦੂਜੀ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵਾਂ, ਜਿੱਦਾਂ ਤੁਸੀਂ ਕਹਿੰਦੇ ਪੇੜ ਹਮੇਸ਼ਾ ਕਦੇ ਰੋਂਦੇ ਨਹੀਂ ਦੇਖੇ। ਦੇਖੋ ਤਾਂ ਪੇੜ ਦੀ ਤੁਸੀਂ ਡਾਲੀ ਤੋੜਦੇ ਉਹਦੇ ਵਿੱਚੋਂ ਪਾਣੀ ਨਿਕਲੇਗਾ। ਇਦਾਂ ਹੈ ਜੀ, ਇਦਾਂ ਹੈ ਕਿਉਂ ਪੇੜ ਵੀ ਰੋਂਦੇ ਹੈਗੇ ਆ। ਅਸੀਂ ਇਹ ਐਕਸਪੈਰੀਮੈਂਟ ਕੀਤਾ ਐਗਰੀਕਲਚਰ ਦੇ ਵਿੱਚ, ਇੱਕ ਸੁੰਡੀ ਫੜ ਕੇ ਨਾ ਇੱਕ ਪੇੜ ਦੇ ਥੱਲੇ ਰੱਖ ਦਿੱਤੀ, ਛੋਟਾ ਜਿਹਾ ਪੌਦਾ ਸੀ, ਔਰ ਰੋਜ਼ ਹੀ ਉਹਦਾ ਉਹ ਮਤਲਬ ਰੰਗ ਪੀਲਾ ਹੁੰਦਾ ਰਿਹਾ ਕਿਉਂਕਿ ਜਿਸ ਵੇਲੇ ਉਹ ਸੁੰਡੀ ਬਾਹਰ ਕੱਢ ਦਿੱਤੀ ਉਹ ਪੇੜ ਫਿਰ ਦੁਬਾਰਾ ਹਰਾ ਹੋਣ ਲੱਗ ਪਿਆ। ਬਿਲਕੁਲ। ਤੇ ਇਹ ਜਿਹੜੀ ਚੀਜ਼ ਹੈਗੀ ਆ ਦਰਖਤਾਂ ਦੇ ਵਿੱਚ ਵੀ ਇਹ ਵੀ ਹੱਸਦੇ ਆ, ਇਹ ਵੀ ਇਹਨਾਂ ਦੇ ਵਿੱਚ ਵੀ ਰੋਜ਼ ਹੈਗਾ ਆ। ਬਿਲਕੁਲ ਜੀ। ਹਾਂਜੀ, ਤੇ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਵਾਂ ਗੱਲ, ਤੇ ਜਿੱਦਾਂ ਤੁਸੀਂ ਕਿਹਾ ਨਾ ਵੀ ਆਪਣੇ ਗਾਂਧੀ ਜੀ ਦੇ ਜਿੱਦਾਂ 3 ਬਾਂਦਰ ਸੀਗੇ, ਉਹ ਗਾਂਧੀ ਜੀ ਦੇ ਨਹੀਂ ਸੀਗੇ, ਉਹ ਤਥਾਗਤ ਭਗਵਾਨ ਬੁੱਧ ਦੇ ਜ਼ਮਾਨੇ ਦੇ ਗਾਂਧੀ ਦੀ ਉਹ ਬਰਾਂਦਰ ਸੀ। ਉਹ ਫਿਰ ਗਾਂਧੀ ਨੇ ਬਾਅਦ ਚ ਅਡਾਪਟ ਕਰ ਲਿਆ। ਗਾਂਧੀ ਜੀ ਅਡਾਪਟ ਕਰ ਲਏ ਬਾਅਦ ਚ। ਇਹ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਆ। ਨਹੀਂ ਠੀਕ ਹੈ ਜੀ, ਠੀਕ ਹੈ। ਹਾਂਜੀ, ਇਹ ਗੱਲ ਜਿਹੜੀ ਹੈ ਨਾ ਇਹ ਦੁਰਸਤ ਕਰ ਲੈਣੀ ਚਾਹੀਦੀ। ਤੁਹਾਨੂੰ ਤਾਂ ਪਤਾ ਹੀ ਹੈ, ਵੈਸੇ ਤੁਸੀਂ ਆਪ ਹੀ ਜਾਣਦੇ ਹੈਗੇ ਆ। ਥੈਂਕ ਯੂ। ਹਾਂਜੀ, ਤੇ ਬਾਕੀ ਪੰਛੀਆਂ ਦਾ ਵੀ ਜਿਹੜੇ ਹੱਸਦੇ ਸਵੇਰ ਨੂੰ ਜਾ ਕੇ ਤੁਸੀਂ ਉਹਨਾਂ ਦੀ ਆਵਾਜ਼ ਸੁਣੋ, ਕਿੱਦਾਂ ਉਹ ਗਾਣੇ ਗਾਉਂਦੇ ਆ, ਔਰ ਉਹਨਾਂ ਦੀ ਸੁਣਨ ਦੇ ਨਾਲ ਤੁਹਾਨੂੰ ਵੀ ਚਾਹੀਦਾ ਕਿ ਮੈਂ ਵੀ ਉਹਦੀ ਆਵਾਜ਼ ਸੁਣ ਕੇ ਖੁਸ਼ ਹੋਵਾਂ। ਹਾਂਜੀ, ਤੇ ਇਸ ਕਰਕੇ ਪਾਰਕ ਵਿੱਚ ਤੁਸੀਂ ਤਾਂ ਜਾਂਦੇ, ਤੁਹਾਨੂੰ ਪਤਾ ਹੀ ਆ ਕਿ ਪੰਛੀ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਆ। ਇਨਸਾਨ ਨੂੰ ਵੀ ਇਸੇ ਤਰ੍ਹਾਂ ਹੱਸਣਾ ਚਾਹੀਦਾ ਆ। ਤੇ ਬਾਕੀ ਤਾਂ ਤੁਸੀਂ ਆਪ ਹੀ ਜਾਣਦੇ ਸਾਰਾ ਕੁਝ। ਤੇ ਇਹਨਾਂ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ ਜੀ। ਥੈਂਕ ਯੂ ਮਾਨ ਸਾਹਿਬ। ਇਹ ਦੱਸ ਜੀ। ਹੈਲੋ ਜੀ। ਹਾਂਜੀ, ਮਾਨ ਸਾਹਿਬ ਸੀਤ ਜੀ ਪ੍ਰੇਮ ਮਾਨ ਹੋਣੀ ਲੰਡਨ ਤੋਂ। ਮੈਨੂੰ ਪਤਾ ਲੱਗਾ ਪਿੱਛੇ ਕਾਲਸ ਜਾਨ ਕੇ ਵੇਟ ਕਰ ਰਹੀਆਂ ਤੇ ਮੈਂ ਉਹਨਾਂ ਦੀ ਵੇਟ ਕਰ ਰਿਹਾ ਹੈਗਾ। ਹੋਰ ਵੀ ਜਿਹੜੇ ਹੈਗੇ ਆ ਲੋਕ ਜਿਹੜੇ ਕਾਲ ਕਰਨੀ ਚਾਹੁੰਦੇ ਉਹ ਕਰ ਸਕਦੇ ਆ 0300 770 446। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ ਹਾਂ। ਚਾਂਦ ਜੀ, ਤੁਸੀਂ ਕੀ ਕਹਿਣਾ ਚਾਹੋਗੇ ਹੱਸਣ ਬਾਰੇ? ਮੈਂ ਕਹਿੰਦੀ ਆ ਹੱਸਦਿਆਂ ਦੇ ਘਰ ਵਸਦੇ। ਇਹ ਬੜੀ ਪੁਰਾਣੀ ਕਹਾਵਤ ਹੈ, ਕਹਿੰਦੇ ਹੁੰਦੇ ਹੱਸਦਿਆਂ ਦੇ ਘਰ ਵਸਦੇ। ਆਪ ਵੀ ਹੱਸੋ ਔਰ ਤੁਸੀਂ ਜਿਹੜੇ ਨਾਲ ਦੇ ਤੁਹਾਡੇ ਨਾਲ ਫਰੈਂਡਸ਼ਿਪ ਹੈ ਜਾਂ ਆਪਣੇ ਘਰ ਦੇ ਆ ਉਹਨਾਂ ਨੂੰ ਵੀ ਹਸਾਵੋ, ਕਿਉਂਕਿ ਹੱਸਣ ਦੇ ਨਾਲ ਤੁਹਾਡਾ ਜਿਹੜਾ ਇੱਕ ਤਾਂ ਤੁਹਾਡਾ ਟਾਈਮ ਸੋਹਣਾ ਨਿਕਲਦਾ ਆ, ਇੱਕ ਤੁਹਾਨੂੰ ਜਿਹੜੀ ਹੈਪੀਨੈਸ ਆ, ਤੁਹਾਡਾ ਜਿਹੜਾ ਹੈਗਾ ਮੂਡ ਆ ਉਹ ਠੀਕ ਰਹਿੰਦਾ ਆ, ਇੱਕ ਤੁਹਾਡੀ ਇਮਿਊਨ ਸਿਸਟਮ ਜਿਹੜੀ ਆ ਬੂਸਟ ਹੁੰਦੀ ਆ, ਕਿਉਂਕਿ ਉਹਦੇ ਨਾਲ ਤੁਹਾਡੀ ਇਹ ਹੱਸਣ ਦੇ ਨਾਲ ਜਿਹੜੇ ਰੋਂਦਿਆਂ ਦੇ ਕੋਲ ਤਾਂ ਕੋਈ ਨਹੀਂ ਜਾਂਦਾ, ਜੇ ਕੋਈ ਰੋਂਦਾ ਤਾਂ ਉਹਦੇ ਕੋਲ ਕੋਈ ਨਹੀਂ ਜਾਊਗਾ। ਜਿਹੜਾ ਹੱਸਦਾ ਸਮਾਈਲ ਦੇ ਕੇ ਤੁਹਾਨੂੰ ਕੋਈ ਬੁਲਾਉਂਦਾ ਆ ਜਾਂ ਗੱਲ ਕਰਦਾ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਇਸ ਕਰਕੇ ਮੈਂ ਕਹਿੰਦੀ ਹੈਗੀ ਆ ਵੀ ਹਰ ਇੱਕ ਦੇ ਨਾਲ ਤੁਸੀਂ ਹੱਸ ਕੇ ਬੋਲੋ। ਜੇ ਤੁਸੀਂ ਇਕੱਲੇ ਵੀ ਬੈਠੇ ਆ ਤੁਸੀਂ ਆਪਣੇ ਗਾਣੇ ਗੁਣੇ ਲਾ ਕੇ ਆਪ ਹੀ ਹੱਸਣ ਲੱਗ ਪਓ। ਆਪਣੇ ਚੁਟਕਲੇ ਚਟਕਲੇ ਦੇ ਪੁਰਾਣੇ ਜਿਹੜੇ ਹੈਗੇ ਤੁਹਾਡੀਆਂ ਪੁਰਾਣੀਆਂ ਯਾਦਾਂ ਪਿੰਡਾਂ ਦੀਆਂ ਜਿੱਥੇ ਕਿ ਅਸੀਂ ਰਹਿੰਦੇ ਹੁੰਦੇ ਸੀ ਉਹ ਆਪ ਹੀ ਹੱਸੀ ਚੱਲੋ। ਉਹ ਸਾਡੇ ਉੱਥੇ ਭਾਬੀ ਹੁੰਦੀ ਸੀ, ਉਹ ਜਗਤ ਭਾਬੀ ਹੁੰਦੀ ਸੀ, ਉਹ ਸਾਰੀ ਭਾਬੀ ਕਹਿੰਦੇ ਹੁੰਦੇ ਸੀ। ਉਹਦੀਆਂ ਗੱਲਾਂ ਜਿਹੜੀਆਂ ਸਾਨੂੰ ਕਈ ਵਾਰੀ ਯਾਦ ਆਉਂਦੀਆਂ ਆ। ਇੱਕ ਮੇਰੀ ਫਰੈਂਡ ਹੁੰਦੀ ਸੀ ਉੱਥੇ ਸਾਡੀ ਗਲੀ ਦੀ ਹੁੰਦੀ ਸੀਗੀ, ਤਾਂ ਉਹਨੂੰ ਜਿਹੜਾ ਹੈਗਾ ਉਹਦੀਆਂ ਗੱਲਾਂ ਯਾਦ ਕਰ ਕਰਕੇ ਉਹੀ ਹੱਸੀ ਜਾਈਦਾ ਵੀ ਦੱਸੋ ਉਹ ਬਚਪਨਾ ਸੀ। ਪਰ ਸਾਡੇ ਪਿੰਡ ਵੀ ਇੱਕ ਸੀਗਾ ਜੀ, ਉਹ ਬਾਬੂ ਜੀ ਦੀ ਚਟਣੀ
ਉਹ ਵੀ ਅਸੀਂ ਬੜਾ ਹੱਸਦੇ ਹੁੰਦੇ ਸੀਗੇ, ਉਹਦੀਆਂ ਵੀ ਕਈ ਗੱਲਾਂ ਹੁੰਦੀਆਂ ਸੀ ਜਿਹੜੀਆਂ ਅਸੀਂ ਕਰਕੇ ਹੱਸਦੇ ਸੀ, ਹਜੇ ਵੀ ਕਈ ਵਾਰੀ ਹੱਸੀ ਦਾ। ਉਹ ਫਿਰ ਇਦਾਂ ਹੈ ਨਾ ਵੀ ਕੋਈ ਨਾ ਕੋਈ ਜਿਹੜਾ ਹੈਗਾ ਆ ਤੁਕ ਹੋਣੀ ਚਾਹੀਦੀ ਆ। ਇਹ ਤਾਂ ਵੀ ਹੱਸਣਾ ਚਾਹੀਦਾ, ਹੱਸਣ ਦੇ ਨਾਲ ਤਾਂ ਤੁਹਾਡੇ ਮੈਂ ਕਹਿੰਦੀ ਆ ਵੀ ਉਹਦੇ ਵਰਗੀ ਤਾਂ ਕੋਈ ਰੀਸ ਨਹੀਂ, ਤੁਹਾਨੂੰ ਕਿਸੇ ਦਵਾ ਦੀ ਜ਼ਰੂਰਤ ਨਹੀਂ। ਤੁਹਾਡੀਆਂ ਪੇਨਸ ਜਿਹੜੀਆਂ ਹੈਗੀਆਂ ਉਹ ਚਲੇ ਜਾਂਦੀਆਂ। ਜੇ ਤੁਸੀਂ ਹਰ ਵੇਲੇ ਸੜੇ ਹੀ ਰਹਿਣਾ ਆ, ਕੋਈ ਗੱਲ ਵੀ ਸੜੀ ਕਰਨੀ ਆ, ਉਹਦੇ ਨਾਲ ਵੀ ਤੁਹਾਡੀ ਜ਼ਿੰਦਗੀ ਜਿਹੜੀ ਨਾ ਤੁਹਾਡੀ ਆਪਣੀ ਚੰਗੀ ਨਾ ਤੁਹਾਡੇ ਨਾਲ ਦੇ ਰਹੀ ਚੰਗੀ। ਪਰ ਕਈ ਰਿਸ਼ਤੇਦਾਰ ਵੀ ਬੜੇ ਸੜੇ ਹੁੰਦੇ ਹੈਗੇ, ਉਹਨਾਂ ਦਾ ਮੂੰਹ ਸੜਿਆ। ਰਿਸ਼ਤੇਦਾਰਾਂ ਨੂੰ ਮਾਰੋ ਗੋਲੋ, ਰਿਸ਼ਤੇਦਾਰਾਂ ਨੂੰ ਕਹੋ ਤੁਸੀਂ ਜਾਓ ਆਪਣੇ ਘਰ ਸੜੇ ਰਹੋ। ਅਸੀਂ ਤਾਂ ਆਪ ਅਸੀਂ ਹੁਣ ਕੰਮਾਂ ਤੇ ਵੀ ਆ, ਕੰਮਾਂ ਤੇ ਕਈ ਵਾਰੀ ਅਸੀਂ ਬੜਾ ਹੱਸੀਦਾ ਆ, ਮਾੜੀ ਮਾੜੀ ਗੱਲ ਤੇ ਵੀ ਕਿਤੇ ਬਿਨਾਂ ਗੱਲ ਗਿਆਨ ਤੋਂ ਹੱਸਣ ਲੱਗ ਪਏ ਕਮਲੇ ਵਾਂਗੂ। ਕਈ ਲੋਕੀ ਦੇਖਣਗੇ ਵੀ ਇਹ ਵੀ ਹੱਸੀ ਜਾਂਦੀਆਂ, ਦੇਖਦਾ ਤਾਂ ਕੋਈ ਦੇਖੀ ਜਾਵੇ, ਹੂ ਕੇਅਰਸ। ਅਸੀਂ ਸਾਨੂੰ ਆਪਣੀ ਹੈਪੀਨੈਸ ਚਾਹੀਦੀ ਹੈ। ਹੈਪੀਨੈਸ ਇਜ਼ ਵੈਰੀ ਵੈਰੀ ਇੰਪੋਰਟੈਂਟ ਇਨ ਯੋਰ ਲਾਈਫ। ਉਹ ਮੈਨੂੰ ਹੈਪੀਨੈਸ ਤੋਂ ਗੱਲ ਯਾਦ ਆ ਗਈ, ਉਹ ਸਾਡੇ ਪਿੰਡ ਦਾ ਇੱਕ ਹੁੰਦਾ ਸੀ ਟੀਚਰ, ਉਹ ਦੂਜੇ ਟੀਚਰ ਨੂੰ ਕਹਿਣਾ ਉਹਨਾਂ ਪਰਮੀ ਸੀ, ਤੇ ਉਹ ਜਦੋਂ ਖੇਲਣਾ ਖੁੱਲਣਾ ਕਿਤੇ ਉਹਦੀ ਜਦੋਂ ਵਾਰੀ ਜਿੱਤ ਜਾਣਾ ਉਹਨੇ ਕਹਿਣਾ ਹੈਪੀਨੈਸ ਲਾਈਜ਼ ਇਨ ਪਰਮੀਜ਼ ਆਈ। ਅੰਗਰੇਜ਼ੀ ਸੁਣ ਕੇ ਸਾਨੂੰ ਬੜਾ ਹਾਸਾ ਆਉਣਾ। That's a good one. That's a good one. ਪਿੰਡਾਂ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਸੀ, ਕਿਉਂਕਿ ਆਪਣਾ ਬਚਪਨਾ ਉੱਥੇ ਪਿੰਡਾਂ ਦੇ ਵਿੱਚ ਬੀਤਿਆ, ਇਸ ਕਰਕੇ ਪਿੰਡਾਂ ਦੇ ਵਿੱਚ ਤਾਂ ਵੀ ਆਪਾਂ ਕਈ ਮਤਲਬ ਕਿ ਜਿਹੜੇ ਫਰੈਂਡਸ਼ਿਪ ਵੀ ਇਦਾਂ ਦੀ ਹੁੰਦੀ ਸੀ ਜਿਹੜੀ ਕਿ ਵੀ ਐਵੇਂ ਹੱਸੀ ਜਾਣਾ ਬਿਨਾਂ ਗੱਲ ਗਿਆਨ ਤੋਂ। ਪਤਾ ਨਹੀਂ ਖਰੇ ਕਮਲੇ ਸੀ ਉਸ ਟਾਈਮ ਤੇ, ਪਤਾ ਨਹੀਂ ਕੀ ਸੀਗਾ, ਪਰ ਵੀ ਆਲਵੇਜ਼ ਹੈਪੀ। ਦੈਟਸ ਇਟ। ਵੀ ਨਾਓ ਐਜ਼ ਵੈਲ। ਤੁਹਾਡੀ ਹੈਬਿਟ ਤਾਂ ਜਾਂਦੀ ਨਹੀਂ ਹੈਗੀ, ਹੈਬਿਟ ਤਾਂ ਤੁਹਾਡੀ ਉਹੀ ਰਹਿੰਦੀ ਹੈ ਜਿਹਨਾਂ ਨੂੰ ਹੁਣ ਸੜੇ ਰਹਿਣਾ, ਕਿਸੇ ਵੱਲ ਦੇਖ ਕੇ ਕਿਸੇ ਦੀਆਂ ਮੈਂ ਕਹਿੰਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਆ। ਇਨਸਾਨ ਉਹੀ ਹੈ ਜਿਹੜਾ ਕਿਸੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦਾ। ਗਮੀ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਵੀ ਖੁਸ਼ੀ ਦੇ ਵਿੱਚ ਕੋਈ ਕਿਸੇ ਦੇ ਘਰ ਨਹੀਂ, ਉਹ ਤਾਂ ਗਮੀ ਵਿੱਚ ਤੁਰਿਆ ਆਉਂਦਾ। ਜਦੋਂ ਤੋਂ ਤੁਸੀਂ ਜੀਦੇ ਜਾਗਦੇ ਉਦੋਂ ਤੁਹਾਨੂੰ ਮਿਲਣਾ ਵਰਤਣਾ ਨਹੀਂ, ਜਦੋਂ ਤੁਸੀਂ ਮਰ ਜਾਣਾ ਉਦੋਂ ਤੁਸੀਂ ਕਹਿਣਾ ਚੱਲ ਵੀ ਔਰ ਫਿਊਨਰਲ ਤੇ ਜਾ ਆਈਏ। ਦਿਸ ਇਜ਼ ਨੋ ਗੁੱਡ। ਥੈਂਕ ਯੂ ਚਾਂਦ ਜੀ। ਐਨੀਵੇ ਹੈਵ ਅ ਲਵਲੀ ਈਵਨਿੰਗ। ਤੁਹਾਡਾ ਟੌਪਿਕ ਬਹੁਤ ਜ਼ਿਆਦਾ ਸੋਹਣਾ ਤੇ ਨਾਲ ਤੁਹਾਡਾ ਪ੍ਰੋਗਰਾਮ ਬਹੁਤ ਹੀ ਚੰਗਾ ਆ, ਬਹੁਤ ਹੀ ਅਲੱਗਾ ਆ ਹਰ ਇੱਕ ਦੇ ਪ੍ਰੋਗਰਾਮ ਨਾਲ। ਥੈਂਕ ਯੂ ਜੀ। ਥੈਂਕ ਯੂ ਚਾਂਦ ਜੀ। ਇਹ ਅਸੀਂ ਚਾਂਦ ਹੁਣੀ ਲੰਡਨ ਤੋਂ ਜਿਨ੍ਹਾਂ ਨੇ ਫੋਨ ਕੀਤਾ। ਕਈ ਗੱਲਾਂ ਯਾਦ ਆ ਰਹੀਆਂ ਹੈਗੀਆਂ ਬਚਪਨ ਦੀਆਂ। ਉੱਥੇ ਕਈ ਜਾਣੀ ਕਿ ਬੰਦੇ ਹੁੰਦੇ ਸੀ ਜਿਹੜੇ ਬੜੇ ਜ਼ਬਰਦਸਤ ਕਰੈਕਟਰ ਹੁੰਦੇ ਸੀਗੇ। ਇੱਕ ਦਾ ਨਾਂ ਅਸੀਂ ਰੱਖਿਆ ਹੁੰਦਾ ਸੀ ਸਤਪਾਲ ਮਈਆ ਵਾਲੇ, ਯਾਨੀ ਕਿ ਦੇਅਰ ਵਾਜ਼ ਲੋਡਸ, ਯਾਨੀ ਕਿ ਉੱਥੇ ਸਾਰਾ ਦਿਨ ਕਰਦੇ ਰਹਿਣਾ। ਖਾਸ ਕਰਕੇ ਜਿਸ ਮੁਹੱਲੇ ਵਿੱਚ, ਜਿਸ ਯਾਨੀ ਕਿ ਇਲਾਕੇ ਵਿੱਚ ਮੈਂ ਰਹਿੰਦਾ ਸੀਗਾ, ਉੱਥੇ ਅਸੀਂ ਇਕੱਠੇ ਹੋ ਕੇ ਕਾਫੀ ਖਬਰੂ ਪਾਉਂਦੇ ਹੁੰਦੇ ਸੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ ਸਚਦੇਵ ਬਿਰਦੀ ਜੀ, ਕੀ ਕਹਿਣਾ ਚਾਹੋਗੇ ਹੱਸਣ ਬਾਰੇ? ਹਾਂ ਬਈ ਸਾਥੀਓ, ਮਤਲਬ ਵਧੀਆ ਹੈ ਪ੍ਰੋਗਰਾਮ, ਹਸਾਓ ਲੋਕਾਂ ਨੂੰ, ਸਿਹਤਮੰਦ ਹੋਣ ਜੀ, ਵਧੀਆ ਗੱਲ ਹੈਗੀ ਆ ਸਭ ਤੋਂ ਪਹਿਲਾਂ ਤਾਂ। ਹਾਂਜੀ ਬਈ ਹਾਸਾ ਜਿਹੜਾ ਆ, ਹੁਣ ਆਪਾਂ ਮਤਲਬ ਪਹਿਲੇ ਤਾਂ ਗੱਲ ਹੈ ਵੀ ਸਾਡੇ ਸਮਾਜ ਵਿੱਚ ਹਾਸੇ ਬਹੁਤ ਘੱਟ ਹੈ, ਰੋਣੇ ਧੋਣੇ ਬਹੁਤ ਜ਼ਿਆਦੇ ਆ। ਕਿਉਂਕਿ ਮਤਲਬ ਅਸੀਂ ਜਦੋਂ ਦੇਖਦੇ ਹਾਂ ਕਿ ਨਾ ਤਾਂ ਅਸੀਂ ਲਾਈਫ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਸਾਡਾ ਟਾਰਗੇਟ ਜਿਹੜਾ ਹੈ, ਕਿਉਂਕਿ ਜਿਹੜੀ ਜ਼ਿੰਦਗੀ 'ਚ ਇਨਸਿਕਿਉਰਿਟੀ ਕਹਿ ਲਓ ਜਾਂ ਮਤਲਬ ਲਾਈਫ ਨੂੰ ਘੱਟ ਲਾਈਫ ਬਾਰੇ ਸੋਚਣਾ ਜਾਂ ਉਹਦੇ ਪ੍ਰੈਜ਼ੈਂਟ ਵਿੱਚ ਨਾ ਰਹਿਣਾ ਵੀ ਸਾਡੀ ਮੁਸ਼ਕਲ ਹੈ। ਇਸ ਕਰਕੇ ਅਸੀਂ ਹਾਸੇ ਦੀ ਵੈਲਿਊ ਵੀ ਉਦੋਂ ਹੀ ਮਤਲਬ ਕਰ ਸਕਦੇ ਜਦੋਂ ਜ਼ਿੰਦਗੀ ਨਾਲ ਪਿਆਰ ਹੋਵੇ, ਜ਼ਿੰਦਗੀ ਨੂੰ ਸਮਝਣ ਵਾਲੇ ਹੋ ਸਕੀਏ। ਤੇ ਇੱਥੇ ਜਿਹੜਾ ਸਮਾਜ ਹੈਗਾ, ਹੁਣ ਤੁਸੀਂ ਗੱਲ ਕਰਕੇ ਜਿਵੇਂ ਹਟੇ ਆ ਬਈ ਅਸੀਂ ਸਾਡੇ ਜਿਹੜੇ ਹਾਸੇ ਆ ਉਹ ਦੂਆਂ ਨੂੰ ਡਿੱਗਦਾ ਦੇਖਣ ਵਿੱਚ ਜਾਂ ਅਸੀਂ ਮਤਲਬ ਇਹ ਸਮਝਦੇ ਨਹੀਂ ਕਿ ਫਨੀ ਕੀ ਆ ਤੇ ਰੀਜ਼ਨੇਬਲ ਕੀ ਹੈ। ਬਿਲਕੁਲ ਅਸੀਂ ਦੂਸਰੇ ਨੂੰ ਅਟੈਕ ਕਰਨ 'ਚ ਵੀ ਹਾਸਾ ਸਮਝਦੇ ਹਾਂ, ਜੇ ਦੂਸਰਾ ਤਿਲ ਕੇ ਡਿੱਗ ਪਵੇ ਤੇ ਅਸੀਂ ਜ਼ਿਆਦਾ ਹੱਸਦੇ ਹਾਂ, ਨਾ ਉਹਦੀ ਮਦਦ ਕਰਨ ਦੀ ਬਜਾਏ ਹਾਸੇ ਦਾ ਇੱਕ ਮਿਆਰ ਹੈ, ਇੱਕ ਸਟੈਂਡਰਡ ਦੇ ਹਿਸਾਬ ਨਾਲ ਹੱਸਣਾ ਤੁਹਾਡੇ ਲਈ ਵੀ ਵਧੀਆ ਹੈ, ਤੁਹਾਡੇ ਸਮਾਜ ਲਈ ਵੀ ਵਧੀਆ ਹੈ। ਬਿਲਕੁਲ ਹਾਸਾ ਆਪਣੇ ਆਪ ਵਿੱਚ ਇੱਕ ਮੈਡੀਸਨ ਹੈ ਜੀ, ਜਿਹੜਾ ਇਕੱਲਾ ਤੁਹਾਡੇ ਮਤਲਬ ਮਾਨਸਿਕ ਤੌਰ ਤੇ ਤੁਹਾਡੀ ਮਦਦ ਨਹੀਂ ਕਰਦਾ, ਤੁਹਾਡੇ ਸਰੀਰਕ ਤੌਰ ਤੇ ਵੀ ਮਦਦ ਕਰਦਾ ਹੈ। ਮਤਲਬ ਸ਼ਾਰਟ ਟਰਮ ਦੇ ਤੌਰ ਤੇ ਤੁਹਾਡੇ ਅੰਦਰ ਆਕਸੀਜਨ ਜ਼ਿਆਦਾ ਜਾਂਦੀ ਹੈ, ਤੁਹਾਡੇ ਪੱਠਿਆਂ ਨੂੰ ਮਤਲਬ ਤੁਹਾਡੇ ਸੈੱਲ ਨੂੰ, ਤੁਹਾਡੇ ਮਤਲਬ ਲੰਗਸ ਨੂੰ ਕਿੰਨਾ ਉਹਦਾ ਫਾਇਦਾ ਹੁੰਦਾ ਹੈ ਸ਼ਾਰਟ ਟਰਮ ਦੇ ਵਿੱਚ ਨਾ। ਤੇ ਇਹਦੇ ਨਾਲ ਜਿਹੜਾ ਹੈ ਤੁਸੀਂ ਕਿੰਨਾ ਕੁਛ ਤੁਹਾਡੀ ਸਟ੍ਰੈਸ ਤੋਂ ਤੁਹਾਨੂੰ ਮਤਲਬ ਫਾਇਦਾ ਮਿਲਦਾ ਹੈ, ਤੁਹਾਡੀ ਟੈਨਸ਼ਨ ਵਗੈਰਾ ਤੁਹਾਡੀ ਘਟਦੀ ਹੈਗੀ ਆ ਜੇ ਆਪਾਂ ਹੱਸਦੇ ਹੈਗੇ ਆ। ਤੇ ਨਾਲ ਹੀ ਲੌਂਗ ਟਰਮ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਸਟਰੋਂਗ ਹੁੰਦਾ ਹੈਗਾ, ਠੀਕ ਹੈ ਨਾ ਜੀ। ਤੇ ਤੁਹਾਡਾ ਜਿਹੜਾ ਈਵਨ ਜੇ ਤੁਸੀਂ ਸਹੀ ਤੌਰ ਤੇ ਹੱਸਦੇ ਆ ਤਾਂ ਤੁਹਾਡੇ ਕਿੰਨੇ ਮਸਲੇ ਜਿਹੜੇ ਹੱਲ ਹੋਰ ਵੀ ਹੁੰਦੇ ਕਿ ਤੁਹਾਡਾ ਬ੍ਰੇਨ ਜਿਹੜਾ ਹੈ ਉਹ ਇੰਡੋਫਿਨ ਜਿਹੜੀ ਆ ਮਤਲਬ ਉਹ ਜ਼ਿਆਦਾ ਪੈਦਾ ਕਰਦਾ ਹੈ, ਜਿਹੜੀ ਤੁਹਾਨੂੰ ਕੌਨਫੀਡੈਂਸ ਦਿੰਦੀ ਆ, ਲਈਅਤ ਦਿੰਦੀ ਆ, ਤੁਹਾਡੇ ਦਰਦ ਘਟਾਉਣ 'ਚ ਵੀ ਮਦਦ ਹੁੰਦੀ ਹੈ। ਇਦਾਂ ਹੈ ਜੀ, ਇਦਾਂ ਹੈ ਨਾ। ਤੇ ਜੇ ਅਸੀਂ ਇਹ ਨਾ ਗੱਲਾਂ ਨੂੰ ਸਮਝ ਕੇ
ਅਸੀਂ ਉਸ ਐਂਗਲ ਤੋਂ ਹੱਸੀਏ, ਜ਼ਿੰਦਗੀ ਨੂੰ ਵੀ ਸਮਝੀਏ ਤੇ ਹਾਸੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਮੇਰਾ ਖਿਆਲ ਇਹ ਜ਼ਿਆਦਾ ਕਲੋਜ਼ ਗੱਲ ਹੈ ਵੀ ਜਿਹੜਾ ਸਾਡੇ ਸਮਾਜ ਵਿੱਚ ਇੱਕ ਦੂਏ ਨੂੰ ਮਤਲਬ ਨੀਵਾਂ ਦਿਖਾਉਣ ਜਾਂ ਹੱਸਣਾ, ਉਹ ਗੱਲਾਂ ਉਹ ਨਹੀਂ ਚਾਹੀਦੀਆਂ। ਸਮਾਜ ਨੂੰ ਇੱਕ ਲੈਵਲ ਤੇ ਲਿਆਉਣ ਦੀ ਲੋੜ ਆ ਜਿੱਥੇ ਜ਼ਿੰਦਗੀ ਮੀਨਿੰਗਫੁਲ ਹੋਵੇ, ਜ਼ਿੰਦਗੀ ਨੂੰ ਹੱਸ ਕੇ ਅਸੀਂ ਵਧੀਆ ਬਣਾ ਸਕੀਏ। ਤੇ ਜਿਹੜੀ ਆਪਣੇ ਆਪ ਵਿੱਚ ਹਾਸਾ ਇੱਕ ਮੈਡੀਸਨ ਬੈਸਟ ਹੈਗੀ ਹੈ, ਪਰ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਇਹ ਸਮਝੀਏ ਕਿ ਫਨੀ ਕੀ ਆ ਤੇ ਰੀਜ਼ਨੇਬਲ ਕੀ ਹੈ, ਤਾਂ ਹੀ ਹਾਸੇ ਦੀ ਵੀ ਵੈਲਿਊ ਆ ਤੇ ਜ਼ਿੰਦਗੀ ਦੀ ਵੀ ਵੈਲਿਊ ਆ। ਮੈਂ ਸਮਝਦਾ ਕਿ ਹਾਸੇ ਤੋਂ ਬਗੈਰ ਜ਼ਿੰਦਗੀ ਜਿਹੜੀ ਆ ਉਹ ਇੱਕ ਕਿਸਮ ਦੀ ਕੀ ਉਜਾੜ ਵਾਂਗ ਹੀ ਹੈ। ਓਕੇ ਜੀ, ਸੋ ਆਈ ਥਿੰਕ ਲਾਫਟਰ ਇਜ਼ ਦਾ ਬੈਸਟ ਮੈਡੀਸਨ ਫॉर ਹੈਲਥੀ ਲਾਈਫ। ਥੈਂਕ ਯੂ ਜੀ, ਥੈਂਕ ਯੂ ਬਿਰਦੀ ਸਾਹਿਬ। ਇਹ ਤਾਂ ਸੀ ਮੇਰੇ ਵੀਰ ਸਾਜ ਦੇ ਬਿਰਦੀ ਹੋਣੀ, ਬਿਲਕੁਲ ਗੱਲ ਠੀਕ ਹੈਗੀ ਆ। ਹਾਸੇ ਤੋਂ ਬਿਨਾਂ ਜ਼ਿੰਦਗੀ ਨੀਰਸ ਹੈ, ਉਦਾਸ ਹੈ। ਉਸ ਜ਼ਿੰਦਗੀ ਦਾ ਕੋਈ ਬਹੁਤੀ ਦੇਰ ਜਿਹੜਾ ਹੈਗਾ ਚੱਲਣ ਨਹੀਂ ਹੁੰਦਾ ਹੈਗਾ। ਇਸ ਕਰਕੇ ਜਿਹੜਾ ਹੱਸਣਾ ਬਹੁਤ ਜ਼ਰੂਰੀ ਹੈਗਾ, ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? हेलो, नमस्कार डॉक्टर साहब। हाँ जी नमस्कार सुमन साहब, की कहना चाहोगे हसन बारे? It's a very difficult question. हाँ, It's a very difficult topic. हाँ, डॉक्टर साहब, पहली गल तो भाई इट्स ओनली ओपिनियन, क्योंकि वी नॉट प्रोफेशनल, यू नो, वी आर साधारण पीपल हैं, और यू नो जो उस लाइफ के मुताबिक यू नो मैं कह रहा है कोई I'm not giving any directive to anyone, you know. ठीक है, ठीक है। It's just a opinion, right? जो तुसी महसूस करते हैं। आम तुसी डॉक्टर साहब कई दफा मैं तुसी सुनोगे वो भी इंसान को एक दो बारी हंसना जरूर चाहिए। हंसना या सैड होना ये इंसान के दो एस्पेक्ट्स आ, दो फिनोमिनन्स आ जिहड़े बिल्कुल नैचुरल आ। ये मतलब यू नो नैचुरली मैं कह सकदा इन्हों ठोसे नहीं जा सकते, लाफ्टर थोते ठोसिया नहीं जा सकता। बिल्कुल बिल्कुल। इट गॉट टू कम आउट ऑफ योर सेंटिमेंट्स, यू नो। जी सैडनेस या लाफ्टर है, दे आर लाइक ए यू नो लाइक ए elasticity to your emotions, right? You know मतलब जिदा तुसी कहा कि लाफ्टर तुसी हसदे हैं, जे तुसी खुश हैं ते थोड़ी बॉडी जी सारी वो खुश महसूस करती है। जिस माहौल तुसी रहने वो भी थोड़ा जिहा यू नो अच्छा लगता है, खुश लगता है, जिहड़ा मैं कह सकदा भी ये एक रिपल इहदा इफेक्ट है कि तुसी अगर आप खुश हैं, हैप्पी हैं, खुश हैं, तो इहदा दूसरे ते भी असर पैंदा है, वो भी थोड़ा चेयरफुल हो जाता। तो सैडनेस जी है ये थोड़ा बड़ा थोड़ा अपना ही यू नो सिस्टम है। ਇਹਦੇ ਵਿੱਚ ਤੁਸੀਂ ਆਪ ਸੈਡ ਹੋ ਕੇ ਦੂਸਰੇ ਨੂੰ ਸੈਡ ਇਕੱਠੇ ਕਰ ਸਕਦੇ ਆ। ਇਹ ਤੁਹਾਡੇ ਇਮੋਸ਼ਨ ਯੂ نو ਸਟਰੋਂਗਲੀ ਡਿਪੈਂਡ ਔਨ ਦੈਟ। ਹਾਂਜੀ, ਸੋ ਮੈਂ ਇਹਦੇ ਬਾਰੇ ਬੜਾ ਤਾਂ ਡਾਕਟਰ ਸਾਹਿਬ ਨਹੀਂ ਕਹਿ ਸਕਦਾ। ਇਹੀ ਹੈ ਕਿ ਬਈ ਹੱਸਣਾ ਕਈ ਦਫਾ ਜਿਹੜੇ ਕਹਿੰਦੇ ਨੇ ਵੀ ਇਨਸਾਨ ਨੂੰ ਇੱਕ ਦੋ ਵਾਰੀ ਹੱਸਣਾ ਚਾਹੀਦਾ, ਮੇਰਾ ਮਤਲਬ ਹੈ ਵੀ ਇਟ ਇਜ਼ ਡਰਾਈਵਡ ਫਰੋਮ ਦੈਟ ਤੁਹਾਡੇ ਐਕਸਰਸਾਈਜ਼ ਦੇ ਨਾਲ ਡਿਪੈਂਡ ਕਰਦਾ ਕਿ ਤੁਹਾਡੇ ਮਸਲ ਜਿਹੜੇ ਆ ਸਟੋਮਿਕ ਦੇ ਜਾਂ ਚੈਸਟ ਦੇ हो सकता उन्होंने नाल कोई ऐसे यू नो कैमिकल्स पैदा होंदे होंगे जिहदे नाल तुसी यू फील बिट हेल्दी और योर मसल्स यू नो फील रिलैक्स। बाकी लाफ्टर तुसी चंगी चीज आ, इट गिव यू पॉजिटिव यू नो फ्यू मिनट्स। हर वेले यू नो चुप रहना या निराश होना ਜਾਂ यू नो सैड होना वो नहीं ठीक है। इंसान ਨੂੰ हसना जरूर चाहिए, पर हसन वास्ते ਤੁਹਾਨੂੰ ਉਹੋ ਜਿਹਾ मटीरियल पढ़ना पऊगा, ਉਹੋ ਜਿਹੇ कॉमिक पढ़ने पैणगे, ਉਹੋ ਜਿਹੀ कॉमेडी फिल्म देखनी पैण जरूर देखनी चाहिए कि हर वेले सीरीयस भी होना ठीक नहीं गा। यू नो कोई अच्छी कॉमेडी देखो, थोड़ा मन होर तां पैंदा, तुसीं लाफ करदे आ, हसदे आ, कोई थोड़ी बॉडी दे मसल भी हो सकदा एक्सरसाइज हुंदी होणगे। मेरा ख्याल है कि जिस तक मैंने पता है थोड़ा जिहा कि भाई जो ना योगा दे विच भी डॉक्टर साहब इट्स ओनली ओपीनियन, एक योगा दे विच यू नो ब्रीदिंग दे एक एक्सरसाइज आंदी आ कि तुसी साह लैके ना जब बाहर कढ़ना तो उन्होंने ही कैप के तरीके नाल कढ़ना। ही कैप हुंदा ना, ही कैप उदा ही नहीं कढ़ना जिद्दां आपां लंबा साह बाहर कढ़दे आ, उन्होंने ही कैप के तरीके नाल बाहर कढ़ना। जब तुसी हसदे भी आ ना
ਤਾਂ ਤੁਹਾਡਾ ਜਿਹੜਾ ਬਰੀਥਿੰਗ ਹੈ ਨਾ ਉਹ ਹਾਈਕਟ ਦੇ ਮੁਤਾਬਕ ਉਹ ਬਾਹਰ ਆਉਂਦਾ ਹੈਗਾ। ਹੋ ਸਕਦਾ ਕਿ ਆਮ ਉਹ ਕਹਿੰਦੇ ਕਿ ਅਗਰ ਉਹ ਐਕਸਰਸਾਈਜ਼ ਕਰਨੀ ਆ ਤਾਂ ਜੇ ਅਗਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਫਿਰ ਤੁਸੀਂ ਨਹੀਂ ਕਰਨੀ। ਆਮ ਵੀ ਤੁਸੀਂ ਦੇਖੋਗੇ ਤੁਸੀਂ ਜ਼ਿਆਦਾ ਲਾਫ ਕਰੋਗੇ ਤਾਂ ਹੋ ਸਕਦਾ ਤੁਹਾਡੀਆਂ ਨਾੜੀਆਂ ਜਿਹੜੀਆਂ ਹੈਗੀਆਂ ਹੋ ਸਕਦਾ ਟਾਈਟਨ ਅਪ ਹੋ ਜਾਣ ਜਾਂ ਕਿੱਦਾਂ ਵੀ ਹੈ। ਆਮ ਨਾਟ ਸ਼ੋਰ ਇਨ ਦੈਟ ਬਟ ਆਈ ਗੋਟ ਓਪੀਨੀਅਨ ਕਿ ਬਈ ਜਿਹੜੀ ਉਹ ਐਕਸਰਸਾਈਜ਼ ਆ ਉਹ ਲਾਫਟਰ ਦੇ ਨਾਲ ਜ਼ਰੂਰ ਕਨੈਕਟਡ ਹੈਗੀ ਆ। ਲਾਫਟਰ ਦੇ ਨਾਲ ਵੀ ਤੁਸੀਂ ਜਿਹੜੀ ਤੁਹਾਡੀ ਬਰੀਥਿੰਗ ਆ ਉਹ ਤੁਹਾਡੀ ਹੀਕਅਪ ਦੇ ਮੁਤਾਬਕ ਆਉਂਦੀ ਹੈਗੀ ਆ। ਸੋ ਆਮ ਨਾਟ ਐਕਸਪਰਟ ਔਨ ਦੈਟ ਡਾਕਟਰ ਸਾਹਿਬ, ਇਟਸ ਵੈਰੀ ਵੈਰੀ ਡਿਫਿਕਲਟ ਸਬਜੈਕਟ। ਹੱਸਣਾ ਇਹ ਜ਼ਰੂਰੀ ਅੱਛੀ ਗੱਲ ਆ, ਪਰ ਆਮ ਤੁਸੀਂ ਦੇਖੋਗੇ ਕਿ ਹਰ ਇਨਸਾਨ ਦੀ ਨੇਚਰ ਜਿਹੜੀ ਹੈ ਨਾ ਇਟਸ ਮੋਰ ਟੂਵਰਡ ਸੈਡਨੈਸ। ਜੇ ਤੁਸੀਂ ਗਾਣੇ ਵੀ ਸੁਣਨੇ ਜਾਂ ਇੰਜੋਏ ਕਰਨਾ ਚਾਹੁੰਦੇ ਆ ਤਾਂ ਯੂ ਵਿਲ ਲਿਸਨ ਦੋ ਸੌਂਗਸ ਵਿਚ ਆਰ ਸੈਡ ਸੌਂਗਸ। ਜੇ ਤੁਸੀਂ ਕੋਈ ਕਹਾਣੀ ਵੀ ਸੁਣਨਾ ਚਾਹੁੰਦੇ, ਕੋਈ ਨਾਵਲ ਵੀ ਪੜ੍ਹਨਾ ਚਾਹੁੰਦੇ ਆ, ਫਿਲਮ ਵੀ ਦੇਖਣਾ ਚਾਹੁੰਦੇ ਆ ਐਂਡ you watch or listen to a sad film or sad whatever they are books, you get no sort of enjoyment from that. I think the man is more inclined towards this type of sad sentiments. Laughter ਜਿਹੜਾ ਹੈਗਾ ਲਾਫਟਰ ਤਾਂ ਜਦ ਆਉਂਦਾ ਇਨਸਾਨ ਨੂੰ ਤਾਂ ਨੈਚੁਰਲ ਆਉਂਦਾ ਹੈਗਾ। ਅਗਰ ਕੋਈ ਤੁਹਾਨੂੰ ਕੋਈ ਕਾਮਿਕ ਚੀਜ਼ ਦਿਸਦੀ ਹੈ, ਤੁਹਾਡਾ ਮੂਡ ਵੀ ਹੋਰ ਤਰ੍ਹਾਂ ਤਾਂ ਵੀ ਉਹ ਤੁਹਾਨੂੰ ਹਸਾ ਦੇਗੀ। ਇਟਸ ਗੁੱਡ ਥਿੰਗ ਆ, ਮਾੜੀ ਚੀਜ਼ ਨਹੀਂ। ਕੋਈ ਵੀ ਚੀਜ਼ ਆ ਇਹ ਤੁਹਾਨੂੰ ਥੋੜਾ ਕਰਨਾ, ਤੁਹਾਡੇ ਜਿਹੜੇ ਇੰਟਰਨਲ ਮਸਲਸ ਆ ਹੋ ਸਕਦਾ ਇਟ ਮਾਈਟ ਬੀ ਸਮ ਸੋਰਟ ਆਫ ਐਕਸਰਸਾਈਜ਼ ਟੂ ਯੂ which I'm not expert but I'm sure there is something like that. There are some chemicals out of that makes you happy, makes you a bit more joyful, ਓਕੇ ਸੁਮਨ ਸਾਹਿਬ, ਥੈਂਕ ਯੂ। ਇਹ ਤਾਂ ਸੀ ਮੇਰੇ ਵੀਰ ਹਰਭਜਨ ਸੁਮਨ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕਾਲਸ ਪਿੱਛੇ ਵੇਟ ਕਰ ਰਹੀਆਂ ਹੈਗੀਆਂ। ਮੈਂ ਚਲੋ ਤੁਸੀਂ ਟੂ ਦੀ ਪੁਆਇੰਟ ਯਾਨੀ ਕਿ ਜੇ ਗੱਲ ਕਰੋ ਤਾਂ ਜ਼ਿਆਦਾ ਕਾਲਸ ਆਪਾਂ ਲੈ ਸਕਦੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ। ਚੌਹਾਨ ਸਾਹਿਬ, ਤੁਸੀਂ ਹੱਸਣ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਜਿਹੜਾ ਹੱਸਣਾ ਤੇ ਖੁਸ਼ੀ ਜਿਹੜੀ ਆ ਇਹ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ। ਕਿਉਂਕਿ ਜਿਉਂ ਦੇਖੋ ਹੁਣ ਆਪਾਂ ਜੀਵਨ ਦੇ ਵਿੱਚ ਵਿਚਰਦੇ ਆ, ਜੇ ਪਰਿਵਾਰ ਦੇ ਵਿੱਚ ਸਾਰੇ ਉੱਦਾਂ ਦੇ ਬੰਦੇ ਹੋਣ ਜਿਨ੍ਹਾਂ ਦੇ ਵਿੱਚ ਹਾਸਾ ਨਾ ਹੋਵੇ, ਖੁਸ਼ੀ ਨਾ ਹੋਵੇ ਤਾਂ ਟਾਈਮ ਵੀ ਨਹੀਂ ਪਾਸ ਹੁੰਦਾ। ਬਿਲਕੁਲ। ਫਿਰ ਬਾਅਦ ਦੇ ਵਿੱਚ ਦੇਖੋ ਜੇ ਸਕੂਲੇ ਆਪਾਂ ਜਾਂਦੇ ਆ, ਜੇ ਉਹ ਟੀਚਰ ਜਿਹੜੇ ਆ ਟੀਚਰ ਖਿਜੇ ਹੋਏ ਰਹਿਣ ਤਾਂ ਫਿਰ ਵਿਦਿਆਰਥੀਆਂ ਦਾ ਉਹਨਾਂ ਵਿੱਚ ਜਾਨੀ ਪੜ੍ਹਾਈ 'ਚ ਰੁਝਾਨ ਹੀ ਨਹੀਂ ਹੁੰਦਾ। ਬਿਲਕੁਲ। ਕਿਉਂਕਿ ਜਿਹੜਾ ਜਿਸ ਵੇਲੇ ਬੰਦੇ ਦੇ ਮੂੰਹ ਤੇ ਮੁਸਕਾਨ ਆਉਂਦੀ ਆ ਤਾਂ ਫਿਰ ਉਹ ਦਿਲਚਸਪੀ ਵੱਧਦੀ ਹੈ। ਫਿਰ ਉਹ ਜਾਨੀ ਗੱਲ ਵੀ ਉਹਦੀ ਖਿਆਲ ਦੇ ਨਾਲ ਸੁਣਦਾ। ਕਿਉਂਕਿ ਜੇ ਕੋਈ ਟੀਚਰ ਚੰਗਾ ਹੋਵੇ, ਉਹ ਮਤਲਬ ਖੁਸ਼ ਰਵੇ ਤਾਂ ਫਿਰ ਬੱਚੇ ਜ਼ਿਆਦਾ ਪੜ੍ਹਦੇ ਆ। ਕਿਉਂਕਿ ਉਹ ਜਿਹੜੇ ਵਿਦਿਆਰਥੀ ਆ ਉਹ ਵੀ ਧਿਆਨ ਰੱਖਦੇ ਆ। ਏਦਾਂ ਹੀ ਤੁਸੀਂ ਦੇਖੋ ਵੀ ਪਿੰਡਾਂ ਦੇ ਵਿੱਚ ਇਹ ਜਾਨੀ ਬਹੁਤ ਚੰਗੀ ਗੱਲ ਆ ਵੀ ਜੇ ਪਿੰਡਾਂ ਦੇ ਵਿੱਚ ਕੁਝ ਬੰਦੇ ਏਦਾਂ ਦਾ ਮਾਹੌਲ ਪੈਦਾ ਕਰਨ ਵਾਲੇ ਹੋਣ। ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਇਸ ਕਰਕੇ ਹੁੰਦੇ ਆ ਵੀ ਜਦ ਲੋਕ ਖਿਜੇ ਹੋ ਰਹਿੰਦੇ ਆ, ਉਹ ਸੰਵਾਦ ਨਹੀਂ ਕਰਦੇ। ਪਰ ਕਈ ਵਾਰੀ ਜਿਹੜੇ ਬੰਦੇ ਜਿਹੜੇ ਆ ਜਦ ਵਿੱਚ ਆ ਜਾਂਦੇ ਆ ਨਾ, ਉਹ ਮਾਹੌਲ ਹੀ ਬਦਲ ਦਿੰਦੇ ਆ। ਉਹ ਜਦੋਂ ਗੱਲ ਕਰਦੇ ਆ ਲੋਕ ਫਿਰ ਉਹਨਾਂ ਵੱਲ ਦੇਖਦੇ ਆ। ਕਿਉਂਕਿ ਜੇ ਹੁਣ ਤੁਸੀਂ ਅੰਧ ਵਿਸ਼ਵਾਸ ਬਾਰੇ ਵੀ ਲੋਕਾਂ ਨੂੰ ਸਮਝਾਉਣਾ ਵੀ ਇਹ ਅੰਧ ਵਿਸ਼ਵਾਸ ਜਿਹੜਾ ਗਲਤ ਆ, ਵੀ ਉਹ ਠੋਸ ਕੇ ਨਹੀਂ ਮੇਰਾ ਖਿਆਲ ਉਠਾਇਆ ਸਾਜਾ। ਜੇ ਉਹ ਵੀ ਤੁਸੀਂ ਹਾਸੇ ਨਾਲ ਕਿਸੇ ਨੂੰ ਸਮਝਾਓ, ਕਰਕੇ ਸਮਝਾਓ ਤਾਂ ਫਿਰ ਬੰਦੇ ਦੇ ਪੱਲੇ ਪੈ ਜਾਂਦੀ ਗੱਲ। ਠੀਕ ਹੈ ਜੀ ਚੌਹਾਨ ਸਾਹਿਬ। ਕਿਉਂਕਿ ਮੈਂ ਇੱਕ ਥੋੜੀ ਜਿਹੀ ਟਾਈਮ ਦੀ ਕਮੀ ਆ, ਮੈਂ ਦੱਸਣੀ ਚਾਹੁੰਦਾ ਵੀ ਸਾਡੇ ਪਿੰਡ ਇੱਕ ਬਜ਼ੁਰਗ ਸੀਗਾ, ਉਹ ਸਾਡੇ ਪਿੰਡ ਵਿਆਹ ਆਇਆ ਸੀ ਤੇ ਅਸੀਂ ਉਹਨੂੰ ਸਾਰੇ ਫੁੱਫੜ ਸੱਦਦੇ ਹੁੰਦੇ ਸੀ। ਕਿਉਂਕਿ ਉਹਨੇ ਜਿਹੜੀ ਵੀ ਕੋਈ ਗੱਲ ਕਰਨੀ ਤਾਂ ਉਹਦੇ ਵਿੱਚ ਹਾਸਾ ਹੁੰਦਾ ਸੀ। ਕਿਉਂਕਿ ਅਸੀਂ ਬਚਪਨ ਦੇ ਵਿੱਚ ਇੱਕ ਹੱਟੀ ਦੇ ਮੂਹਰੇ ਖੇਲਦੇ ਹੁੰਦੇ ਸੀ ਤਾਂ ਲੋਕ ਉਹ ਜਿਹੜਾ ਹੱਟੀ ਵਾਲਾ ਓਨਰ ਸੀਗਾ, ਬ੍ਰਾਹਮਣ ਸੀ, ਸ਼ੰਕਰ ਸੀ ਉਹਦਾ ਨਾਂ, ਜਦ ਮੀਂਹ ਨਹੀਂ ਸੀ ਪੈਂਦਾ ਹੁੰਦਾ ਤਾਂ ਉਹ ਕਿਸਾਨ ਉਹਦੇ ਕੋਲ ਆਉਂਦੇ ਹੁੰਦੇ ਸੀ, ਪੁੱਛਦੇ ਹੁੰਦੇ ਸੀ ਬਈ ਮੀਂਹ ਕਦ ਕੁ ਪਊ। ਯਾਨੀ ਉਹਨੇ ਮਤਲਬ ਜਦ ਕਿਸੇ ਨੂੰ ਪੁੱਛਣਾ ਤਾਂ ਥੋੜਾ ਜਿਹਾ ਅੰਤਰ ਤਿਆਗ ਹੋ ਕੇ ਕਹਿਣਾ ਵੀ ਅਜੇ ਇੰਦਰ ਦੇਵਤਾ ਗੜਬੀ ਡੋਲਣ ਵਾਲਾ ਨਹੀਂ। ਅੱਛਾ, ਤਾਂ ਲੋਕਾਂ ਨੇ ਚੱਲ ਜਾਣਾ ਤਾਂ ਉਹਨੇ ਤਾਂ ਕਹਿਣਾ ਗੜਬੀ ਡੋਲਣ ਵਾਲਾ ਨਹੀਂ, ਤਾਂ ਏਦਾਂ ਦੀ ਘਾਟ ਆਉਣੀ ਤਾਂ ਮੀਂਹ ਹਟਣਾ ਹੀ ਨਾ। ਠੀਕ ਹੈ। ਇੰਨੀ ਭਵਿੱਖਬਾਣੀ ਗਲਤ ਹੋਣੀ
ਤਾਂ ਉਹਨੂੰ ਬੜਾ ਹੈਰਾਨ ਹੋਣਾ ਵੀ ਇੱਥੇ ਆਉਂਦੇ ਆ ਵੀ ਇਹਨੂੰ ਕੋਈ ਕਹਿੰਦਾ ਕਿਉਂ ਨਹੀਂ। ਹੁਣ ਫਿਰ ਬਾਅਦ ਚ ਉਹਨਾਂ ਕਿਸਾਨਾਂ ਨੂੰ ਕਹਿਣਾ ਵੀ ਹੁਣ ਸ਼ੰਕਰ ਕੋਲ ਜਾਓ ਵੀ ਇੰਦਰ ਗੜ ਵੀ ਰੋਕੇ। ਬਿਲਕੁਲ ਬਿਲकुल ਤੇ ਉਹ ਤਾਂ ਡੋਲੀ ਜਾਂਦਾ। ਠੀਕ ਹੈ ਚੌਹਾਨ ਸਾਹਿਬ, ਕਰਕੇ ਜਿਹੜਾ ਹਾਸਾ ਖੁਸ਼ੀ ਬਹੁਤ ਜ਼ਰੂਰੀ ਹੈ। ਥੈਂਕ ਯੂ ਚੌਹਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਫਕੀਰ ਚੰਦ ਚੌਹਾਨ ਹੋਣੀ। ਕਾਲਸ ਯਾਨੀ ਕਿ ਪਿੱਛੇ ਵੇਟ ਕਰ ਰਹੀਆਂ ਹੈਗੀਆਂ। ਮੈਂ ਚਾਹੁੰਦਾ ਵੀ ਤੁਸੀਂ ਟੂ ਦੀ ਪੁਆਇੰਟ ਯਾਨੀ ਕਿ ਗੱਲ ਕਰਕੇ ਹੈ ਨਾ, ਤਾਂ ਕਿ ਆਪਾਂ ਸਾਰੀਆਂ ਕਾਲਸ ਲੈ ਸਕੀਏ। ਮੈਂ ਨਹੀਂ ਚਾਹੁੰਦਾ ਮੈਂ ਕਿਸੇ ਨੂੰ ਕੱਟ ਕਰਾਂ, ਇਸ ਕਰਕੇ ਮੈਂ ਕਹਿੰਦਾ ਟੂ ਦੀ ਪੁਆਇੰਟ ਗੱਲ ਕਰੋ, ਕਿਉਂਕਿ ਮਿੰਟ ਸਿਰਫ 6 ਰਹਿ ਹੈਗੇ ਆ, 6 ਮਿੰਟ ਬਾਕੀ ਹੈਗੇ ਆ। ਅਤੇ ਕਿਉਂਕਿ ਟਾਈਮ ਜਿਹੜਾ ਹੈਗਾ ਜਦੋਂ ਪ੍ਰੋਗਰਾਮ ਦਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਮੈਂ ਕਾਲਸ ਨਹੀਂ ਲੈ ਸਕਦਾ ਹੈਗਾ। ਹੱਸਣਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੈਗਾ। ਹੱਸਣ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ ਦੂਰ ਹੁੰਦੀਆਂ ਹੈਗੀਆਂ। ਇਹ ਨਾਲ ਜਿਹੜੇ ਸਾਡੇ ਰਿਲੇਸ਼ਨਸ਼ਿਪਸ ਹੈਗੇ ਆ ਉਹ ਬੜੇ ਰਲੇ ਹੁੰਦੇ ਹੈਗੇ ਆ। ਅਸੀਂ ਜਿਹੜਾ ਇੱਕ ਦੂਜੇ ਨਾਲ ਸੰਬੰਧ ਜਿਹੜੇ ਆ ਉਹ ਚੰਗੇ ਬਣਾਉਣਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਡਾਕਟਰ ਸਾਹਿਬ ਬਲਵੀਰ ਬੋਲਦੇ ਜੀ। ਹਾਂ ਜੀ ਬਲਵੀਰ ਜੀ, ਕੀ ਕਹਿਣਾ ਚਾਹੋਗੇ? ਬਸ ਬੜੇ ਜੇਰਾਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਆ। ਹਾਂ ਸਾਰੇ ਕਾਲਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਬੜੀਆਂ ਸੋਹਣੀਆਂ ਲੱਗੀਆਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਗੱਲਬਾਤ ਇਹ ਹਾਸੇ ਦੀ ਗੱਲਬਾਤ ਤਾਂ ਸੋਹਣੀ ਲੱਗਦੀ ਜਦੋਂ ਵੀ ਕਰੀਏ। ਹਾਂ ਪਰ ਗੱਲ ਇਹ ਵੀ ਸਾਡੇ ਲੋਕਾਂ ਦਾ ਹਾਸਾ ਬਿਲਕੁਲ ਹੀ ਖਤਮ ਹੋਇਆ। ਜਿਹੜੇ ਸਿਆਣੇ ਲੋਕ ਆ ਨਾ ਸਾਡੇ ਬਿਲਕੁਲ ਖੁੱਲ ਕੇ ਨਹੀਂ ਹੱਸਦੇ। ਇਹ ਪਤਾ ਨਹੀਂ ਵੀ ਇਹਨਾਂ ਦੀ ਕਿਹੜੀ ਗੱਲ ਹੈਗੀ ਆ। ਥੋੜਾ ਜਿਹਾ ਹੱਸ ਕੇ ਉੱਥੇ ਘੁੱਟ ਜਿਹਾ ਹੋ ਜਾਂਦੇ ਤੇ ਬੰਦ ਜਿਹਾ ਹੋ ਜਾਂਦੇ ਆ, ਮੁੜ ਕੇ ਜ਼ਿਆਦੇ ਖੁੱਲ ਕੇ ਨਹੀਂ ਹੱਸਦੇ ਹੈਗੇ। ਜਦ ਕਿ ਮੈਂ ਦੇਖਦਾ ਵੀ ਗੋਰੇ ਲੋਕ ਛੋਟੀ ਗੱਲ ਤੋਂ ਵੀ ਬੜੇ ਖੁੱਲ ਕੇ ਹੱਸਦੇ ਆ। ਇਹ ਸਾਡੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ। ਜਾਂ ਤਾਂ ਅਸੀਂ ਆਪਣੇ ਬੱਚਿਆਂ ਮੂਹਰੇ ਸੰਗਦੇ ਰਹਿੰਦੇ ਆ ਵੀ ਅਸੀਂ ਜ਼ਿਆਦਾ ਖੁੱਲ ਕੇ ਨਹੀਂ ਹੱਸਣਾ ਹੈਗਾ, ਜਾਂ ਅਸੀਂ ਕੋਈ ਆਲੇ ਦੁਆਲੇ ਲੋਕ ਬੈਠੇ ਆ ਵੀ ਤਾਂ ਨਹੀਂ ਅਸੀਂ ਹੱਸਣਾ ਹੈਗਾ, ਜਾਂ ਸਾਡੀ ਕੋਈ ਇਹ ਨੇਚਰ ਹੈਗੀ ਇੱਦਾਂ ਦੀ ਇੰਡੀਆ ਦੀ ਵੀ ਅਸੀਂ ਜਦ ਉਮਰ ਜ਼ਿਆਦਾ ਹੋ ਜਾਂਦੀ ਤਾਂ ਉਦੋਂ ਨਹੀਂ ਹੱਸਣਾ, ਜਾਂ ਸਾਡੇ ਕੋਲ ਦੰਦ ਵੀ ਨਿਕਲ ਗਿਆ ਮਾੜੇ ਮੋਟੇ ਕਰਦਾ ਤਾਂ ਵੀ ਨਹੀਂ ਹੱਸਣਾ। ਇਹ ਬਲਵੀਰ ਜੀ ਅਸੀਂ ਆਪਣੇ ਆਪ ਬੰਦਸ਼ਾਂ ਲਾਈਆਂ ਆਪਣੇ ਤੇ। ਹਾਂਜੀ ਹਾਂਜੀ, ਜਾਣੀ ਹੈਗੀਆਂ, ਇਹ ਮੈਂ ਦੇਖਿਆ ਇਹ ਤੰਗੀ ਹੈਗੀ ਆ। ਪਰ ਇਹ ਹੋਣੀ ਨਹੀਂ ਚਾਹੀਦੀ। ਉਹਦੇ ਨਾਲ ਸਾਡਾ ਨਾ ਸਿਹਤਾਂ ਤੇ ਬੜਾ ਅਸਰ ਪੈਂਦਾ ਵੀ ਤੁਸੀਂ ਖੁੱਲ ਕੇ ਹੱਸਣਾ ਚਾਹੁੰਦੇ, ਗੱਲ ਵੀ ਹਾਸੇ ਦੀ ਆ ਪਰ ਤੁਸੀਂ ਹੱਸ ਰਹੇ ਇਦਾਂ ਹੀ ਆ, ਇਦਾਂ ਹੈ, ਇਦਾਂ ਜਾਨੀ ਘੁੱਟ ਜਿਹਾ ਹੋ ਜਾਂਦੇ ਆ। ਤੇ ਇਹ ਜਾਨੀ ਜ਼ਰੂਰ ਹੱਸ ਲੈਣਾ ਚਾਹੀਦਾ ਜੇ ਕਿਤੇ ਟਾਈਮ ਚੰਗਾ ਮਿਲਦਾ। ਤਾਂ ਸਾਡੇ ਰਿਸ਼ਤੇਦਾਰ ਕਈ ਮੈਂ ਦੇਖਿਆ ਹੈਗੇ ਆ ਦੂਰ ਦੂਰ ਦੇ, ਉਹ ਮੈਂ ਤਾਂ ਉਹਨਾਂ ਨੂੰ ਸਾਰੀ ਉਮਰ ਨਹੀਂ ਹੱਸਦਿਆਂ ਨੂੰ ਦੇਖਿਆ ਡਾਕਟਰ ਸਾਹਿਬ। ਉਹ ਜਿੱਦਾਂ ਦੇ ਮੈਂ ਪਹਿਲਾਂ ਦੇਖੇ ਸੀ ਉਦਾਂ ਦੇ ਹੀ ਹੋਣੇ ਆ। ਇਹ ਜਿੱਦਾਂ ਬਲਵੀਰ ਜੀ, ਡੱਬਾ ਬੰਦੇ ਨਹੀਂ ਚੱਲ ਜਾਣਾ। ਬਲਵੀਰ ਜੀ ਜਿੱਦਾਂ ਕਹਿੰਦੇ ਹੈ ਨਾ, ਗੋਰੇ ਲਈ ਵੀ ਜ਼ਿੰਦਗੀ ਜੀਣ ਆਏ ਹੈਗੇ ਆ, ਰੱਬ ਦੇ ਵਿਆਹ ਆਏ ਆ, ਤੇ ਸਾਡੇ ਲੋਕੀ ਰੱਬ ਦੀ ਮਕਾਣੇ ਆਏ ਜਿੱਦਾਂ ਕਹਿੰਦੇ ਹੈ ਨਾ। ਸੌਰੀ, ਹਾਂਜੀ ਹਾਂਜੀ, ਸਾਡੇ ਤਾਂ ਰੰਗ ਉੱਦੇ ਪੀਲੇ ਹੋਏ ਰਹਿੰਦੇ, ਇਹਨਾਂ ਦੇ ਤਾਂ ਇਹਨਾਂ ਦੇ ਪੌਂਡ ਜੇਬ 'ਚ ਹੋਵੇ, ਇਹਨਾਂ ਦੇ ਲਾਲ ਰੰਗ ਰਹਿੰਦੇ ਆ। ਇਦਾਂ ਹੀ ਆ, ਇਦਾਂ ਹੈ, ਫਰਕ ਹੀ ਬਹੁਤ ਇਹਨਾਂ ਦਾ ਗੱਲ ਆ। ਹਾਂਜੀ, ਕੱਲ ਦੀ ਡਾਕਟਰ ਸਾਹਿਬ ਲਾਸਟ ਵੀਕ ਦੀ ਗੱਲ ਆ। ਹਾਂ, ਮੇਰੇ ਕੰਮ ਤੇ ਮੇਰਾ ਇੱਕ ਦੋਸਤ ਮੇਰੇ ਕੋਲ ਹੂਬਰ ਲੈ ਕੇ ਆ ਗਿਆ। ਉਹ ਹੂਬਰ ਮੈਨੂੰ ਕਹਿੰਦਾ ਭਾਜੀ ਚਲਾ ਕੇ ਦੇਖ ਲਿਓ, ਹੈ ਨਾ। ਤਾਂ ਮੇਰੇ ਵਾਲਾ ਥੋੜਾ ਜਿਹਾ ਖਰਾਬ ਉਹਨੇ ਦੇਖਿਆ ਕਿਤੇ, ਤਾਂ ਮੈਂ ਜਦੋਂ ਚਲਾਉਣ ਲੱਗਾ ਤੇ ਉਹ ਜਰਾ ਚੱਲ ਗਿਆ, ਪਰ ਇਹਨੂੰ ਮੇਰੇ ਮਾਸਕ ਲੱਗਾ ਸੀ ਮੂੰਹ ਦੇ ਉੱਤੇ। ਮੈਂ ਚਲਾਇਆ ਤੇ ਮੈਂ ਟਰਾਈ ਕੀਤੀ, ਉਹਨੇ ਖਿੱਚਿਆ ਕੁਛ ਨਹੀਂ, ਤਾਂ ਉਹ ਚੱਲਦਾ ਹੀ ਸੀਗਾ, ਆਵਾਜ਼ ਬਹੁਤ ਵਧੀਆ ਆਉਂਦੀ ਸੀ। ਤੇ ਉਹ ਜਰਾ ਕੁ ਬਾਅਦ ਮੁੜ ਕੇ ਆ ਗਿਆ, ਕਹਿੰਦਾ ਕਿੱਦਾਂ ਭਾਜੀ ਚੱਲਿਆ? ਮੈਂ ਕਿਹਾ ਵੀ ਤੇ ਉਹ ਗੱਲ ਹੋਈ ਕਿ ਬੰਦਾ ਜਿੱਦਾਂ ਬਹੁਤ ਬੜਾ ਸਾਰਾ ਹੋਵੇ ਤੇ ਕਰੇ ਕੱਖ ਨਾ, ਹੈ ਨਾ। ਮੈਂ ਇੰਨੀ ਗੱਲ ਕਹਿਣ ਦੀ ਲੋੜ ਸੀ ਉਹਨੂੰ, ਉਹ ਹਾਸਾ ਦੋਹਰਾ ਹੋ ਗਿਆ ਉਹਦੇ ਅੱਖਾਂ 'ਚ ਪਾਇਆ। ਹਾਂਜੀ ਹਾਂਜੀ, ਠੀਕ ਹੈ ਬਲਵੀਰ ਜੀ। ਹਾਂਜੀ ਬਲਵੀਰ ਜੀ, ਠੀਕ। ਇੱਦਾਂ ਦੀਆਂ ਕਈ ਵਾਰੀ ਸਾਡੀਆਂ ਤੇ ਛੋਟੀ ਛੋਟੀਆਂ ਗੱਲਾਂ ਤੇ ਵੀ ਹੱਸ ਲਈਦਾ। ਥੈਂਕ ਯੂ ਬਲਵੀਰ ਜੀ, ਥੈਂਕ ਯੂ। ਦੋ ਕਾਲਸ ਇਹਨਾਂ ਪਿੱਛੇ ਵੇਟ ਕਰ ਰਹੀਆਂ ਹੈਗੀਆਂ। ਮੈਂ ਸਿਰਫ ਮੇਰੇ ਤੋਂ 3 ਮਿੰਟ ਆ, ਮੈਂ ਜਿਹੜਾ ਹੈਗਾ ਇੱਕ ਮਿੰਟ ਦੇ ਸਕਦਾ, ਕਿਉਂਕਿ ਮਿੰਟ ਮੈਨੂੰ ਵੀ ਚਾਹੀਦਾ ਹੈਗਾ। ਅਤੇ ਇਸ ਕਰਕੇ ਜਿਹੜਾ ਹੈਗਾ ਜਿੰਨਾ ਕੁ ਵੀ ਛੇਤੀ ਤੁਸੀਂ ਆਪਣੀ ਗੱਲ ਕਰ ਸਕਦੇ ਹੈਗੇ ਆ ਤੇ ਪਲੀਜ਼। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? गुड इवनिंग डॉक्टर मल्होत्रा। हाय मधु जी, की कहना चाहोगे? बस मैं यही कहना है कि छोटी जी गल करांगी। डॉक्टर मल्होत्रा, जब मैं इस कंट्री च पहुंची ना, इंग्लिश जोक बिल्कुल समझ नहीं आते सी। हाँ जी। अच्छा, मैं सी मजाकिया टाइप दी, पर मैंने अमेरिकन जोक्स, अमेरिकन कॉमेडी समझ आती सी। टीवी दे अगे बैठे इंग्लिश कॉमेडी देख रहे हैं, वो सारे हस रहे हैं, ਅਸੀਂ ਜ਼ਬਰਦਸਤੀ। ਪਰ ਮੈਂ ਇੱਕ ਕੰਮ ਕੀਤਾ, ਕੰਮ ਤੇ ਮੈਨੂੰ ਇੰਗਲਿਸ਼ ਜੋਕ ਤੇ ਸਮਝ ਆਈ, ਮੈਨੂੰ ਉਹਨਾਂ ਨੂੰ ਮੇਰੇ ਇੰਡੀਅਨ ਜੋਕ ਦੀ ਸੈਂਸ ਆਫ ਹਿਊਮਰ ਨਹੀਂ ਸਮਝ ਆਉਂਦੀ ਸੀ। ਮੈਂ ਉਹਨਾਂ ਨੂੰ ਸਿਖਾ ਦਿੱਤਾ, ਉਹਨਾਂ ਦੇ ਨਹੀਂ ਮੈਨੂੰ ਸਿੱਖ ਹੋਈ ਉਹਨਾਂ ਦੀ, ਮੇਰੇ ਦੀ। ਪਰ ਅੱਛਾ, ਇੱਕ ਗੱਲ ਹੋਰ ਮੈਂ ਐਡ ਕਰਨਾ ਚਾਹਾਂਗੀ ਕਿ ਦੇਖੋ, ਉਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਬੜੇ ਸਮਝਦਾਰ ਹੁੰਦੇ ਸੀ ਕਿ ਵਿਆਹ ਸ਼ਾਦੀ ਬੜੀ ਟੈਂਸਫੁਲ ਨਾ ਹੁੰਦਾ, ਸਟ੍ਰੈਸਫੁਲ ਹੁੰਦੀ ਹੈ ਮੌਕੇ। ਇਹ ਜਿਹੜੇ
ਸਾਲੀਆਂ ਦੀ ਦੇ ਜੋਕ ਛੰਦ ਸੁਣਾਣੇ, ਬਿਲਕੁਲ ਚੋਰੀ ਕਰਨੇ, ਉਹ ਐਟਮੋਸਫੇਅਰ ਇੰਨਾ ਲਾਈਟ ਹੋ ਜਾਂਦਾ ਹੋਏਗਾ ਕਿ ਉਹ ਭੁੱਲ ਜਾਂਦੇ ਸੀ ਅੱਧੀ ਥਕਾਵਟ ਨਾ, ਕਿੰਨੇ ਦਿਨ ਤੱਕ ਬਰਾਤਾਂ ਨੂੰ ਜਿੱਦਾਂ ਅਟੈਂਡ ਕਰਨਾ ਜਾਂ ਜੋ ਵੀ ਹੈਗਾ। ਤੇ ਹੁਣ ਤੁਸੀਂ ਅਫਰੀਕਨ ਕਮਿਊਨਿਟੀ 'ਚ ਦੇਖਿਆ ਕਿੱਦਾਂ ਫਿਊਨਰਲ 'ਚ ਬੈਂਡ dancing, they actually enjoy, they celebrate the life, ਬਿਲਕੁਲ ਕਰਦੇ ਨੇ। ਤੇ ਮੇਰੇ ਨਾਨੀ ਜੀ ਵੀ ਅਸੀਂ ਕਾਨਪੁਰ ਦੇਖਦੇ ਸੀ, ਫਿਊਨਰਲ ਨੀਚੋਂ ਸਾਡੇ ਘਰੋਂ ਦੇ ਨੀਚੇ ਜਾਂਦਾ ਸੀ ਕਿ ਵੀ ਗੰਗਾ ਜੀ ਦਾ ਰਸਤਾ ਉੱਥੇ ਸੀ, ਉੱਥੇ ਜੇ ਕੋਈ ਓਲਡ ਪਰਸਨ ਦੀ ਡੈਥ ਹੋਈ ਹੈ ਤੇ ਬੈਂਡ ਬਾਜੇ ਨਾਲ ਜਾਂਦੇ ਹੁੰਦੇ ਸੀ। ਇਹ ਸਾਰਾ ਇਹ ਸਾਡੇ ਇਹਦੇ ਪਿੱਛੇ ਕੋਈ ਸਾਇੰਟਿਫਿਕ ਲੌਜਿਕ ਹੈ ਨਾ ਕਿ ਤੁਹਾਨੂੰ it teaches you how to handle the bad situation, absolutely to not be stressful। ਤੇ ਮੇਰਾ ਹੁਣ ਇੱਕ ਅਸੂਲ ਹੈਗਾ, ਜਦ ਪਹਿਲਾਂ ਜੋਕ ਦੀ ਬੁੱਕਸ ਰੱਖਦੀ ਹੁੰਦੀ ਸੀ ਸਵੇਰੇ ਉੱਠ ਕੇ, ਸਭ ਤੋਂ ਪਹਿਲਾਂ ਨਿਊਜ਼ਪੇਪਰ ਪੜ੍ਹਨ ਤੋਂ ਪਹਿਲਾਂ ਉਹ ਪੜ੍ਹਨੀ। ਹੁਣ ਇੰਟਰਨੈਟ ਤੇ 2 ਸਾਈਟਸ ਹੈਗੀਆਂ, ਪਹਿਲਾਂ ਜੋਕ ਪੜ੍ਹ ਲੈਣੇ 5-6, ਫਿਰ ਮੈਂ ਇੰਟਰਨੈਟ ਵੱਲ ਧਿਆਨ ਦੇਣੀ ਹੁੰਦੀ। ਥੈਂਕ ਯੂ ਮਧੂ ਜੀ, ਟਾਈਮ ਹੁਣ ਫਿਨਿਸ਼ ਹੋ ਗਿਆ। ਹਾਂਜੀ ਬਿਲਕੁਲ, ਆਈ ਅੰਡਰਸਟੈਂਡ। ਓਕੇ ਜੀ, ਓਕੇ, ਬਹੁਤ ਮਿਹਰਬਾਨੀ ਤੁਹਾਡਾ ਵੀ। ਓਕੇ, ਬਹੁਤ ਮਿਹਰਬਾਨੀ। ਮੇਰੇ ਤੋਂ ਹੁਣ ਹੋਰ ਕਾਲ ਨਹੀਂ ਲੈਣੀ ਕਿਉਂਕਿ ਟਾਈਮ ਫਿਨਿਸ਼ ਹੈਗਾ, ਕੁਝ ਸੈਕਿੰਡ ਹੀ ਰਹਿ ਗਏ ਹੈਗੇ ਆ। ਸਾਰੇ ਕਾਲਰਸ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹੈਗਾ। ਅਗਲੇ ਹਫ਼ਤੇ ਮੈਂ ਤੁਹਾਡੇ ਲਈ ਕੋਈ ਹੋਰ ਇਹੋ ਜਿਹਾ ਟੌਪਿਕ ਲੈ ਕੇ ਆਊਂਗਾ ਅਤੇ ਮੈਨੂੰ ਤੁਹਾਡੇ ਕਾਲਸ ਦੀ ਫਿਰ ਵੇਟ ਰਹੂਗੀ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ, ਜ਼ਰੂਰ ਇਹਦੇ ਬਾਰੇ ਆਪਣੀ ਫੀਡਬੈਕ ਦੇਣੀ, ਅਤੇ ਕਿੱਥੋਂ ਹੋਰ ਜ਼ਿਆਦਾ ਇੰਪਰੂਵਮੈਂਟ ਜਿਹੜੀ ਕੀਤੀ ਜਾ ਸਕਦੀ ਆ ਉਹਦੇ ਬਾਰੇ ਮੈਨੂੰ ਪੋਜ਼ੀਟਿਵ ਸੁਜੈਸ਼ਨਸ ਜ਼ਰੂਰ ਦੇਣੇ। ਅਤੇ ਮੈਨੂੰ ਜਾਣੀ ਕਿ ਅਗਲੇ ਹਫ਼ਤੇ ਵੀ ਫਿਰ ਤੁਹਾਡੇ ਟੈਲੀਫੋਨ ਕਾਲਸ ਦੀ ਜ਼ਰੂਰਤ ਰਹੂਗੀ। ਤੁਹਾਡੇ ਟੈਲੀਫੋਨ ਕਾਲਸ ਦੇ ਨਾਲ ਹੀ ਅਸੀਂ ਇੱਕ ਦੂਜੇ ਤੋਂ ਬਹੁਤ ਕੁਛ ਲਰਨ ਕਰਦੇ ਹਾਂ। ਇਹਦੇ ਨਾਲ ਤੁਹਾਡਾ, ਮੇਰਾ ਅਤੇ ਆਪਣੀ ਕਮਿਊਨਿਟੀ ਦਾ ਬਹੁਤ ਵੱਡਾ ਫਾਇਦਾ ਹੁੰਦਾ ਹੈਗਾ। ਅਤੇ ਸਾਡੇ ਯਾਨੀ ਕਿ ਕਾਂਸ਼ੀ ਟੈਲੀਵਿਜ਼ਨ ਦੀ ਵੀ ਤੁਸੀਂ ਮਦਦ ਕਰਦੇ ਰਹੋ ਤਾਂ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਤੁਹਾਡੇ ਲੈ ਕੇ ਆਉਂਦੇ ਰਹੀਏ। ਅਤੇ ਅਗਲੇ ਹਫ਼ਤੇ ਜਿਹੜਾ ਹੈਗਾ ਮੈਂ ਤੁਹਾਨੂੰ ਫਿਰ ਮਿਲਦਾ। ਮੈਨੂੰ ਇੱਥੇ ਦਿਓ ਇਜਾਜ਼ਤ। ਥੈਂਕ ਯੂ, ਹੈਵ ਅ ਗੁੱਡ ਡੇ ਐਂਡ ਬੈਸਟ ਵਿਸ਼ੇਸ, ਟੇਕ ਕੇਅਰ, ਬਾਏ ਬਾਏ।